ਵਾਹਿਗੁਰੂ ਜੀ। ਸਾਚਾ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਝੂਠੇ ਆਵਹਿ ਠਬਰ ਨ ਪਾਵੈ, ਦੂਜੈ ਆਵਾ ਗੌਣ ਭਇਆ। ਸਾਚਾ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਿਆਰ ਸਤਿਕਾਰ ਦੇ ਨਾਲ ਆਪ ਜੀ ਸਰਵਣ ਕਰ ਰਹੇ ਹੋ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ 940-41 ਅੰਗ ਤੇ 25ਵੀਂ ਪੌੜੀ ਸਰਵਣ ਕਰਨ ਜਾ ਰਹੇ ਹਾਂ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਧਾਂ ਦੇ ਨਾਲ ਅਚਲ ਬਟਾਲੇ ਨਗਰ ਵਿਖੇ, ਜੋ ਬਟਾਲੇ ਤੋਂ ਉਰਲੇ ਪਾਸੇ ਪੈਂਦਾ ਹੈ, ਚਰਚਾ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ ਕਿ ਸਿੱਧਾਂ ਨੇ ਕਿਸ ਪ੍ਰਕਾਰ ਪ੍ਰਸ਼ਨ ਕੀਤੇ ਤੇ ਅਸੀਂ ਕੀ ਜਵਾਬ ਦਿੱਤੇ। ਸੋ ਇਸ ਤਰੀਕੇ ਨਾਲ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸੇਵਾ ਕੀਤੀ ਕਰਤਾਰਪੁਰ ਸਾਹਿਬ, ਸੋ ਉਸ ਵਕਤ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਪੁੱਛਣ ਤੇ ਕਿ ਮਹਾਰਾਜ ਜਿਹੜੀ ਅਸੀਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ ਆਪ ਜੀ ਦੀ, ਇਹਦਾ ਉਚਾਰਨ ਕਿੱਥੇ ਹੋਇਆ। ਸੋ ਤਦੋਂ ਸਤਿਗੁਰੂ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ। ਆਓ ਸਰਵਣ ਕਰਦੇ ਹਾਂ 25ਵਾਂ, ਇਹ ਜੋ 25ਵੀਂ ਪੌੜੀ ਹੈ। ਵਾਹਿਗੁਰੂ ਜੀ। ਸਾਚਾ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਸਭ ਤੋਂ ਪਹਿਲਾਂ ਊੜਾ ਐੜਾ ਈੜੀ ਸੱਸਾ ਹਾਹਾ, ਉਸ ਤੋਂ ਬਾਅਦ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੋੜਾ ਕਨੌੜਾ ਟਿੱਪੀ ਬਿੰਦੀ ਲਾਂਦਲਾਂ। ਇਹਦਾ ਬਹੁਤ ਯੋਗਦਾਨ ਹੈ ਕਿ ਆਪਾਂ ਜੇ ਅਰਥਾਂ ਦੀ ਸਹੀ ਪਹਿਚਾਣ ਕਰਨੀ ਹੈ ਤੇ ਇੱਥੇ ਕਨੌੜਾ ਹੈ, ਸੱਸੇ ਕੰਨਾ ਸਾ, ਚੱਚੇ ਨੂੰ ਕਨੌੜਾ ਹੈ। ਸਾਚਾਓ, ਜੇ ਹੋੜਾ ਹੁੰਦਾ ਤੇ ਪਾਠ ਹੁੰਦਾ ਸਾਚੋ। ਸੋ ਕਨੌੜੇ ਦਾ ਬੜਾ ਧਿਆਨ ਰੱਖਣਾ ਹੈ ਕਿ ਸਾਚਾਓ ਬੋਲਣ ਵਿੱਚ ਇਹ ਆਵੇਗਾ, ਸੱਸੇ ਨੂੰ ਕੰਨਾ, ਚੱਚਾ ਊੜੇ ਨੂੰ ਔਂਕੜ, ਸਾਚਾਓ। ਸੋ ਇਹ ਸਾਚਾਓ ਦੋ ਤਰ੍ਹਾਂ ਬੋਲਿਆ ਜਾਂਦਾ। ਸਾਚਾਓ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਗੁਰਮੁਖ ਜਿਹੜੇ ਨੇ ਉਹ ਸੱਚੇ ਵਾਹਿਗੁਰੂ ਤੋਂ ਪੈਦਾ ਹੁੰਦੇ ਨੇ ਅਤੇ ਸੱਚ ਵਿੱਚ ਲੀਨ ਹੋ ਜਾਂਦਾ ਹੈ ਗੁਰਮੁਖ, ਕਿਉਂਕਿ ਸਾਚਾਓ ਉਪਜੈ ਸਾਚ ਸਮਾਵੈ, ਇਹਦੇ ਵਿੱਚ ਹੁਣ ਪਦਵੀ ਹੈ ਬੜੀ ਵੱਡੀ ਗੁਰਮੁਖਾਂ ਦੀ। ਗੁਰਮੁਖ ਜਿਹੜਾ ਹੈ ਉਹ ਸੱਚੇ ਵਾਹਿਗੁਰੂ ਤੋਂ ਪੈਦਾ ਹੁੰਦਾ ਤੇ ਸੱਚ ਵਿੱਚ ਹੀ ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖ ਸੱਚ ਦੁਆਰਾ ਸੁੱਚੇ ਹੋ ਕੇ ਵਾਹਿਗੁਰੂ ਨਾਲ ਇੱਕ ਮਿਕ ਹੋ ਜਾਂਦੇ ਨੇ। ਸੁੱਚੇ ਹੋ ਕੇ ਸੰਸਾਰੀ ਤੌਰ ਤੇ ਆਪਾਂ ਬਹੁਤ ਕੋਸ਼ਿਸ਼ ਕਰਦੇ ਹਾਂ ਸੁੱਚੇ ਹੋਣ ਦੀ, ਪਰ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਹੀ ਝੂਠਾ। ਜਿੱਥੇ ਮਾਇਆ ਹੈ, ਮਾਇਆ ਦਾ ਨਿਰੀ ਝੂਠ ਹੀ ਹੈ, ਸੁੱਚਾ ਹੈ ਵਾਹਿਗੁਰੂ। ਇਸ ਕਰਕੇ ਗੁਰਮੁਖ ਸੁੱਚੇ ਨਾਲ ਜੁੜਦੇ ਨੇ ਅਤੇ ਸੁੱਚੇ ਵਿੱਚ ਹੀ ਲੀਨ ਹੋ ਜਾਂਦੇ ਨੇ। ਝੂਠੇ ਆਵਹਿ ਠਵਰ ਨਾ ਪਾਵਹਿ, ਦੂਜੈ ਆਵਾ ਗੌਣ ਭਇਆ। ਜਿਹੜੇ ਝੂਠੇ ਮਨੁੱਖ ਸੰਸਾਰ ਚ ਆਉਂਦੇ ਨੇ ਪਰ ਉਹ ਸੱਚ ਦਾ ਟਿਕਾਣਾ ਪ੍ਰਾਪਤ ਨਹੀਂ ਕਰਦੇ। ਦਵੈਤ ਭਾਵਨਾ ਜਿਹੜੀ ਮਨ ਦੇ ਵਿੱਚ ਹੁੰਦੀ ਹੈ, ਇਹ ਆਮ ਸੁਭਾਵਕ ਹੀ ਆਪਾਂ ਦੇਖਦੇ ਹਾਂ। ਹਰੇਕ ਬੰਦਾ ਇੱਕ ਦੂਜੇ ਨਾਲ ਦਵੈਸ਼ ਹੀ ਕਰਦਾ। ਦੂਜਾ ਵੱਡਾ ਨਾ ਉੱਠ ਜਾਵੇ, ਦੂਜਾ ਮੈਥੋਂ ਅੱਗੇ ਨਾ ਲੰਘ ਜਾਵੇ, ਉਹ ਹੋਰ ਜਾਤ ਦਾ ਹੈ, ਉਹ ਹੋਰ ਪ੍ਰਕਾਰ ਦਾ ਹੈ, ਉਹ ਹੋਰ ਦੇਸ਼ ਦਾ ਹੈ। ਕਿਤਨੀ ਸਾਡੇ ਅੰਦਰ ਫਿਰ ਉਹ ਮਨੁੱਖਾਂ ਪ੍ਰਤੀ ਹੀ ਈਰਖਾ ਪੈਦਾ ਹੋ ਜਾਂਦੀ, ਜਾਂ ਸਾਡੇ ਅੰਦਰ ਇਹ ਦਵੈਸ਼ ਕਿ ਇਹ ਮੇਰਾ ਹੈ, ਇਹ ਤੇਰਾ ਹੈ, ਆਪਣਾ ਹੈ, ਬਗਾਨਾ ਹੈ। ਸਤਿਗੁਰੂ ਕਹਿੰਦੇ ਇਹ ਜਿਹੜੀ ਚੀਜ਼ ਹੈ ਦਵੈਤ ਭਾਵ ਕਰਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ। ਸ੍ਰਿਸ਼ਟੀ ਪੈਦਾ ਸਾਰੀ ਪ੍ਰਮਾਤਮਾ ਤੋਂ ਹੀ ਹੁੰਦੀ ਹੈ। ਗੁਰਮੁਖ ਵੀ ਪੈਦਾ ਹੁੰਦੇ ਨੇ, ਮਨਮੁਖ ਵੀ ਪੈਦਾ ਹੁੰਦੇ ਨੇ। ਗੁਰਮੁਖ ਨਾਮ ਜਪ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ, ਮਨਮੁਖ ਦਵੈਸ਼ ਕਰਕੇ 84 ਦੇ ਗੇੜੇ 'ਚ ਪਏ ਰਹਿੰਦੇ ਨੇ। ਆਵਾ ਗਾਉਣ ਮਿਟੈ ਗੁਰ ਸ਼ਬਦੀ। ਹੁਣ ਆਵਾ ਗਾਉਣ ਦਾ ਚੱਕਰ, ਆਉਣ ਜਾਣ ਦਾ ਚੱਕਰ ਜਿਹੜਾ ਬਾਰ-ਬਾਰ ਜੰਮਣਾ ਮਰਨਾ, ਇਹ ਗੁਰੂ ਦੇ ਸ਼ਬਦ ਦੁਆਰਾ ਹੀ ਮਿਟਦਾ। ਗੁਰਾਂ ਦਾ ਉਪਦੇਸ਼ ਮਿਲੇ, ਸ਼ੁਰੂਆਤ ਹੋਵੇ ਚੰਗੇ ਢੰਗ ਨਾਲ,
ਬੱਚੇ ਨੂੰ ਆਪਾਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾ ਕਰਮ ਐਡਮਿਸ਼ਨ, ਅੱਛਾ ਸਕੂਲ ਦੇਖਣਾ, ਫਿਰ ਅੱਛਾ ਕਾਲਜ ਦੇਖਣਾ। ਪਰ ਜਦੋਂ ਆਪਾਂ ਗੁਰੂ ਧਾਰਨ ਕਰਦੇ ਹਾਂ ਤਾਂ ਕਹਿੰਦੇ ਬਸ ਮੈਂ ਬਣਿਆ ਬਣਾਇਆ ਜੰਮਦਾ ਹੀ ਸਿੱਖ ਸੀ ਮੈਂ। ਜੇ ਜਨਮ ਲੈ ਕੇ ਹੀ ਕੋਈ ਸਿੱਖਾਂ ਦੇ ਘਰ ਸਿੱਖ ਬਣ ਜਾਂਦਾ ਤਾਂ ਚੰਗੀ ਗੱਲ ਹੈ, ਪਰ ਗੁਰੂ ਧਾਰਨ ਦੀ ਜਿਹੜੀ ਹੈ ਨਾ ਪ੍ਰਥਾ, ਇਹ ਵੱਡੀ। ਇਉਂ ਤਾਂ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਕਹਿ ਸਕਦੇ ਸੀ ਕਿ ਅਸੀਂ ਤਾਂ ਚਾਰੇ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਾਂ, ਸਾਨੂੰ ਤਾਂ ਗੁਰੂ ਧਾਰਨ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ। ਪਰ ਨਹੀਂ, ਇਹ ਧਿਆਨ ਰੱਖਣਾ ਕਿ ਜਦੋਂ ਤੱਕ ਐਡਮਿਸ਼ਨ ਨਹੀਂ ਹੁੰਦੀ, 5 ਪਿਆਰਿਆਂ ਦੇ ਰਾਹੀਂ ਅਸੀਂ ਦਾਖਲਾ ਨਹੀਂ ਲੈਂਦੇ, ਉਦੋਂ ਤੱਕ ਸਾਡਾ ਕੋਈ ਵੀ ਕਰਮ ਕੀਤਾ ਹੋਇਆ ਜਿਹੜਾ ਹੈ, ਇਹ ਠੀਕ ਹੈ ਕਿ ਬਾਣੀ ਪੜ੍ਹਨ ਦੇ ਨਾਲ 4 ਪਦਾਰਥ ਮਿਲ ਜਾਣਗੇ, ਮਾਇਆ ਮਿਲ ਜਾਏਗੀ, ਧਰਮ, ਅਰਥ, ਕਾਮ, ਮੋਖ, ਧਰਮੀ ਹੋ ਜਾਣਾ, ਅਰਥ, ਪੈਸੇ ਟਕੇ ਦਾ ਮਸਲਾ ਹੱਲ ਹੋਣਾ, ਕਾਮਨਾ ਪੂਰੀ ਹੋਣੀ, ਮੁਕਤੀ ਹੋ ਜਾਣੀ। ਇਹ ਇੱਕ ਵੱਡੀਆਂ ਚੀਜ਼ਾਂ ਨੇ। ਆਮ ਸੰਸਾਰੀ ਜੀਵਾਂ ਨੂੰ ਬਾਣੀ ਪੜ੍ਹਨ ਦਾ ਮੇਰਾ ਵੀ ਕੰਮ ਬਣ ਗਿਆ, ਮੈਨੂੰ ਨੌਕਰੀ ਮਿਲ ਗਈ, ਸਾਡੇ ਲੜਕਾ ਹੋ ਗਿਆ, ਇਹ ਤਾਂ ਸੁਭਾਵਿਕ ਸਾਰੀਆਂ ਚੀਜ਼ਾਂ ਸਤਿਗੁਰੂ ਮਹਾਰਾਜ ਸਾਨੂੰ ਦੇ ਦੇਣਗੇ। ਪਰ ਇੱਕ ਹੁੰਦਾ ਪੁੱਤਰ ਬਣਨਾ। ਸੋ ਕੋਈ ਸਾਡੇ ਘਰ ਆਵੇ ਕਿ ਮੈਨੂੰ ਆ ਥੋੜੀ ਬਹੁਤ ਚੀਜ਼ ਦੇ ਦਿਓ, ਕੋਈ ਆਪਾਂ ਦੇ ਦਿੰਦੇ, ਪਰ ਜੇ ਕੋਈ ਕਹੇ ਕਿ ਆਪਣੇ ਮਕਾਨ ਦੀ ਰਜਿਸਟਰੀ ਮੇਰੇ ਨਾਂ ਕਰਾ ਦਿਓ, ਆਪਣੀ ਕਾਰ ਕੋਠੀ ਮੇਰੇ ਨਾਂ ਲਵਾ ਦਿਓ, ਮੁਸ਼ਕਲ ਹੈ। ਪਰ ਸਾਡੇ ਬੱਚੇ ਨੂੰ ਸੁਤੇ ਸਿੱਧ ਹੀ ਸਾਡੀ ਜਾਇਦਾਦ ਦਾ ਅਧਿਕਾਰ ਹੁੰਦਾ ਹੈ, ਜੋ ਕਿ ਠਾਕੁਰ ਕਾ ਸੋ ਸੇਵਕ ਕਾ। ਮਹਾਰਾਜ ਕਹਿੰਦੇ ਨੇ ਜਿਹੜਾ ਵਿਧੀ ਪੂਰਵਕ ਢੰਗ ਦੇ ਨਾਲ ਸਹੀ ਜਿਹੜਾ ਹੁੰਦਾ ਪ੍ਰੋਪਰ ਚੈਨਲ, ਉਹਦੇ ਦੇ ਨਾਲ ਜੇ ਕੋਈ ਬੰਦਾ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲਾ ਬਣਦਾ, ਸੁਤੇ ਸਿੱਧੀ ਉਹ ਗੁਰੂ ਵਾਲਾ ਬਣ ਕੇ ਸਿੰਘ ਨਾਮ ਦਾ ਅਧਿਕਾਰੀ ਹੋ ਜਾਂਦਾ ਹੈ ਅਤੇ ਸੁਤੇ ਸਿੱਧ ਹੀ ਸਾਰੇ ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਬਣ ਕੇ ਸਭ ਕੁਝ ਪ੍ਰਾਪਤ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਆਵਾਗਾਉਣ ਦਾ ਚੱਕਰ ਮੇਟਣ ਲਈ ਗੁਰੂ ਦੀ ਲੋੜ ਹੈ, ਗੁਰੂ ਕੋਲ ਜਾ ਕੇ ਗੁਰੂ ਸ਼ਬਦ ਦੀ ਲੋੜ ਹੈ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਜੇ ਸੰਗਤ ਕਰਨ ਦੀ ਲੋੜ ਹੈ, ਸੰਗਤ ਤੋਂ ਬਿਨਾਂ ਰੰਗਤ ਨਹੀਂ ਆਉਂਦੀ। ਬਖਸ਼ਿਸ਼ ਜਿਹੜੀ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਕੋਈ ਗੱਲਾਂ ਜਿਹੜੀਆਂ ਨੇ ਮਖੌਲ ਵਾਲੀਆਂ ਨਹੀਂ ਕਿ ਐਵੇਂ ਹਾਸਾ ਖੇਡਾ ਕਿ ਸਾਧ ਸੰਗਤ ਬੜਾ ਵੱਡਾ ਸਥਾਨ ਹੈ। ਮੰਨ ਲਓ ਕਿ ਉੱਪਰ ਜਿਹੜਾ ਸੱਚਖੰਡ ਹੈ, ਉਹ ਥੱਲੇ ਧਰਤੀ ਤੇ ਸੱਚਖੰਡ ਹੈ ਅਸਥਾਨ ਸਾਧ ਸੰਗਤ। ਜਦੋਂ ਤੱਕ ਸਾਧ ਸੰਗਤ ਰੂਪੀ ਪਲੇਟਫਾਰਮ ਤੇ ਨਹੀਂ ਆਉਂਦੇ, ਉਦੋਂ ਤੱਕ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹ ਕੇ ਸੱਚਖੰਡ ਵਾਲੇ ਸਥਾਨ ਤੇ ਜੀਵ ਨਹੀਂ ਜਾ ਸਕਦਾ। ਇਸ ਕਰਕੇ ਵਿਧੀ ਪੂਰਵਕ ਢੰਗ ਤਰੀਕੇ ਨਾਲ ਹੀ ਗੁਰੂ ਵਾਲੇ ਬਣ ਕੇ ਸਤਿਗੁਰੂ ਕਹਿੰਦੇ ਤਰਿਆ ਜਾ ਸਕਦਾ ਹੈ। ਪ੍ਰਭੂ ਆਪ ਹੀ ਜੁੜੇ ਹੋਏ ਜੀਵ ਨੂੰ ਪਰਖਦਾ ਹੈ ਤੇ ਆਪ ਹੀ ਬਖਸ਼ ਲੈਂਦਾ। ਆਪੇ ਪਰਖੈ ਬਖਸ਼ ਲਿਆ। ਕਿ ਪਰਖਣਾ ਬੜਾ ਜ਼ਰੂਰੀ ਹੈ। ਜਦੋਂ ਤੱਕ ਉਹ ਪਰਖਦੇ ਨਹੀਂ, ਉਦੋਂ ਤੱਕ ਆਪਾਂ ਵੀ ਕਿਸੇ ਬੰਦੇ ਨੂੰ ਪਰਖਦੇ ਹਾਂ। ਸਤਿਗੁਰੂ ਵੀ ਪਰਖਦੇ ਨੇ। ਜਦੋਂ ਪਰਖ ਹੋ ਗਈ, ਚੰਗੀ ਤਰ੍ਹਾਂ ਪਾਸ ਹੋ ਗਿਆ, ਉਦੋਂ ਸਤਿਗੁਰੂ ਗੱਲ ਨਾਲ ਲਾਉਂਦੇ ਨੇ। ਭਾਈ ਮੰਝ ਦੀ ਪਰਖ ਲਈ ਹੈ, ਬਾਬਾ ਲਹਿਣਾ ਜੀ ਦੀ ਪਰਖ ਲਈ ਹੈ, ਗੁਰੂ ਅਮਰਦਾਸ ਜੀ ਦੀ ਪਰਖ ਲਈ ਹੈ, ਗੁਰੂ ਰਾਮਦਾਸ ਮਹਾਰਾਜ ਦੀ ਅੱਗੇ ਪਰਖ ਲਈ ਹੈ, ਗੁਰੂ ਅਰਜਨ ਦੇਵ ਜੀ ਪਰਖ ਦਿੱਤੀ ਹੈ, ਲਾਹੌਰ ਭੇਜਤਾ, 2 ਸਾਲ ਬੁਲਾਇਆ ਤੱਕ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਖ ਤਾਂ ਲੈਣੀ ਸਿੱਖ ਦੀ। ਦੇਖਣਾ ਵੀ ਹੈ ਕਿ ਇਕੱਲੇ ਖਾਲੀ ਪਦਾਰਥਾਂ ਲਈ, ਪੈਸੇ ਲਈ, ਅਹੁਦਿਆਂ ਲਈ ਤਾਂ ਨਹੀਂ ਸਿੱਖੀ ਧਾਰਨ ਕੀਤੀ। ਕਿਤੇ ਕਦੇ ਗਰੀਬੀ ਵੀ ਦੇ ਕੇ ਦੇਖਦੇ ਨੇ, ਕਦੇ ਕੋਈ ਬਿਮਾਰੀ ਵੀ ਲੱਗ ਜਾਂਦੀ ਹੈ। ਆਮ ਬੰਦਾ ਤਾਂ ਇਹੀ ਕਹਿੰਦਾ ਚੰਗਾ ਬਾਣੀ ਪੜ੍ਹਨ ਲੱਗੇ, ਚੰਗਾ ਗੁਰਦੁਆਰੇ ਜਾਣ ਲੱਗਿਆ, ਸਾਨੂੰ ਤਾਂ ਬਿਮਾਰੀਆਂ ਹੀ ਲੱਗ ਗਈਆਂ। ਕੋਈ ਕਹਿੰਦਾ ਸਾਨੂੰ ਆਹ ਹੋ ਗਿਆ। ਨਹੀਂ, ਸਿੱਖੀ ਦਾ ਮਾਰਗ ਜਿਹੜਾ ਹੈ ਪਰਖਾਂ ਵਿੱਚ ਵੀ ਚੱਲਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵੀਸਰਿਆ। ਸਿਹਾਰੀ ਅਤੇ ਬਿਹਾਰੀ ਦਾ ਧਿਆਨ ਰੱਖੋ ਭਾਈ। ਸਿਹਾਰੀ ਹੈ ਤਾਂ ਵਿਸਰਿਆ, ਬਿਹਾਰੀ ਹੈ ਤਾਂ ਵੀ ਆਵਾਜ਼ ਦੀ ਵਿਸਰਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਉਂਦੇ, ਨਾਮ ਰਸਾਇਣ ਵਿਸਰਿਆ। ਜਿਨ੍ਹਾਂ ਨੂੰ ਰਸਾਂ ਦਾ ਜਿਹੜਾ ਘਰ ਹੈ, ਰਸ ਆਇਣ ਕਹਿੰਦੇ ਘਰ ਨੂੰ, ਰਸਾਂ ਦਾ ਆਇਣ ਘਰ ਕੌਣ ਹੈ? ਵਾਹਿਗੁਰੂ। ਜਿਨ੍ਹਾਂ ਨੂੰ ਰਸਾਂ ਦਾ ਘਰ ਵਾਹਿਗੁਰੂ ਵਿਸਰ ਜਾਂਦਾ ਹੈ, ਉਹਨਾਂ ਨੂੰ ਹਉਮੈ ਅਤੇ ਦੂਜੇ ਭਾਵ ਦੇ ਕਾਰਨ ਇੱਕ ਪੀੜਾ ਦੁੱਖ ਦਿੰਦੀ ਰਹਿੰਦੀ ਹੈ। ਹਮੇਸ਼ਾ ਜੰਮਣਾ ਮਰਨਾ ਉਹਨਾਂ ਦੇ ਪੱਲੇ ਪਿਆ ਹੀ ਰਹਿੰਦਾ ਹੈ। ਮਹਾਰਾਜ ਇਹ ਸਾਰੀ ਦੁਨੀਆ ਨਹੀਂ ਸਮਝਦੀ। ਸਤਿਗੁਰੂ ਕਹਿੰਦੇ ਨੇ ਸਮਝੇ ਕਿਵੇਂ?
ਇਹ ਤਾਂ ਅਸੀਂ ਕਿਸੇ ਨੂੰ ਸਮਝਾਉਂਦੇ ਹਾਂ ਤਾਂ ਉਸੇ ਨੂੰ ਸਮਝ ਪੈਂਦੀ ਹੈ, ਨਹੀਂ ਤਾਂ ਮਾਇਆ ਦਾ ਤੇ ਕਲਯੁਗ ਦਾ ਇੰਨਾ ਤਕੜਾ ਪ੍ਰਭਾਵ ਹੈ, ਸਵਾਦਾਂ ਦਾ, ਵਿਕਾਰਾਂ ਦਾ, ਜੀਵ ਨੂੰ ਇਹ ਸੋਝੀ ਨਹੀਂ ਪੈਣ ਦਿੰਦਾ। ਸੋ ਬੁਝੈ ਜਿਸੇ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਜਿਸ ਨੂੰ ਵਾਹਿਗੁਰੂ ਆਪ ਬੁਝਾਉਂਦਾ ਹੈ, ਸਮਝਾਉਂਦਾ, ਉਸ ਮਨੁੱਖ ਦੀ ਹਉਮੈ ਜਿਹੜੀ ਆ ਨਾ, ਉਹਨੂੰ ਹਉਮੈ ਦੀ ਸੋਝੀ ਹੋ ਜਾਂਦੀ। ਜਿਵੇਂ ਕਿਸੇ ਬੰਦੇ ਨੂੰ ਸੋਝੀ ਹੋ ਜਾਵੇ ਕਿ ਸ਼ਰਾਬ ਹਾਨੀਕਾਰਕ ਹੈ, ਮੇਰੇ ਫੇਫੜੇ ਗਲ ਜਾਣਗੇ, ਕੋਈ ਵੀ ਨਸ਼ਾ ਹਾਨੀਕਾਰਕ ਹੈ, ਮੇਰੇ ਲਈ ਇਹ ਘਾਤਕ ਹੋ ਸਕਦੀ ਆ ਚੀਜ਼, ਗਿਆਨ ਹੋ ਗਿਆ। ਇਨਸਾਨ ਨੂੰ ਜਦੋਂ ਵੀ ਕਿਸੇ ਚੀਜ਼ ਦਾ ਗਿਆਨ ਹੋਇਆ ਹੈ, ਮਾੜੀ ਚੀਜ਼ ਦਾ, ਉਹਨੇ ਉਹਨੂੰ ਤਿਆਗ ਦਿੱਤਾ। ਚੰਗੀ ਚੀਜ਼ ਦਾ ਗਿਆਨ ਹੁੰਦਿਆਂ ਹੀ ਚੰਗੀ ਚੀਜ਼ ਨੂੰ ਗ੍ਰਹਿਣ ਕਰ ਲੈਂਦਾ। ਜਦੋਂ ਇਹ ਮਨੁੱਖ ਨੂੰ ਹਉਮੈ ਦੀ ਸੋਝੀ ਆ ਗਈ ਕਿ ਇਹਦੀ ਹਉਮੈ ਜਿਹੜੀ ਹੈ, ਸਾਰਿਆਂ ਜਿਤਨੇ ਵੀ ਰੋਗ ਨੇ, ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਇਹੀ ਚਿੰਬੜਿਆ ਮੈਨੂੰ, ਮੇਰੇ ਅਤੇ ਪਰਮਾਤਮਾ ਦੇ ਵਿਚਕਾਰ ਹਉਮੈ ਹੀ ਤਾਂ ਖੜੀ ਹੈ। ਗੁਰੂ ਦੇ ਸ਼ਬਦ ਦੁਆਰਾ ਫਿਰ ਉਹ ਹਉਮੈ ਤੋਂ ਮੁਕਤ ਹੋ ਜਾਂਦਾ ਹੈ, ਕਿਉਂਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਜਿਵੇਂ ਕਹਿੰਦੇ ਕਈ ਸਾਲਾਂ ਦੀ ਮੈਲ ਲੱਗੀ ਹੋਈ ਹੌਲੀ 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 ਉਤਰਦੀ ਹੈ, ਇਸੇ ਪ੍ਰਕਾਰ ਇਹ ਨਾਮ ਦੇ ਨਾਲ ਮੈਲ ਉਤਰਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਪਹਿਲਾਂ ਜਦੋਂ ਸਾਡੇ 'ਚ ਹਉਮੈ ਸੀ ਉਦੋਂ ਨਾਮ ਨਹੀਂ ਜਪਿਆ। ਜਦੋਂ ਹਉਮੈ ਨੂੰ ਸਮਝ ਲਿਆ ਕਿ ਹਉਮੈ ਨੁਕਸਾਨਦੇਹ ਹੈ, ਨਿਮਰਤਾ ਚਾਉਣ ਲਈ ਅਸੀਂ ਨਾਮ ਵਾਲੇ ਪਾਸੇ ਚੱਲੇ, ਗੁਰਬਾਣੀ ਵਾਲੇ ਪਾਸੇ ਚੱਲੇ ਅਤੇ ਫਿਰ ਸੇਵਾ ਵਾਲੇ ਪਾਸੇ ਚੱਲੇ। ਸੇਵਾ ਦਾ ਅਰਥ ਹੈ ਨੀਵੇਂ ਹੋਣਾ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਫਿਰ ਇਸ ਤਰੀਕੇ ਨਾਲ ਉਹ ਗੁਰੂ ਦੇ ਸ਼ਬਦ ਦੁਆਰਾ ਬੰਧਨ ਮੁਕਤ, ਮਾਇਆ ਮੁਕਤ ਹੋ ਜਾਂਦਾ ਹੈ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਹੁਣ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤਾਰਨਹਾਰ ਵਾਹਿਗੁਰੂ ਉਸ ਜੀਵ ਨੂੰ ਸੰਸਾਰ ਸਾਗਰ ਤੋਂ ਤਾਰਦਾ ਹੈ। ਕਿਸ ਨੂੰ? ਜਿਸ ਨੇ ਹਉਮੈ ਅਤੇ ਦੂਜਾ ਭਾਵ ਆਪਣੇ ਅੰਦਰੋਂ ਦੂਰ ਕਰ ਦਿੱਤਾ ਹੈ। ਹੁਣ ਇਹ 'ਚ ਸ਼ੱਕ ਨਹੀਂ ਕਿ ਸਾਰੀ ਸ੍ਰਿਸ਼ਟੀ ਦੀ ਉਤਪਤੀ ਪਰਮੇਸ਼ਰ ਤੋਂ ਹੋਈ ਹੈ, ਪਰ ਜਦੋਂ ਜੀਵ ਸੰਸਾਰ ਵਿੱਚ ਆਏ ਤਾਂ ਅਨੇਕ ਪ੍ਰਕਾਰ ਦੇ ਕਰਮ ਕਰਨ ਨਾਲ ਇਹਨਾਂ ਦੇ ਤੌਰ ਤਰੀਕੇ ਵੱਖਰੇ ਹੋ ਗਏ, ਸੁਭਾਅ ਵੱਖਰੇ ਹੋ ਗਏ। ਹੁਣ ਇਸ ਤਰ੍ਹਾਂ ਮਨੁੱਖਤਾ ਦੀ ਵੰਡ ਜਾਤ ਪਾਤ ਜਾਂ ਦੇਸ਼ ਦੀਆਂ ਹੱਦਾਂ ਤੇ ਨਿਰਭਰ ਨਹੀਂ, ਕਰਮਾਂ ਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਜੀਵਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੈ, ਇੱਕ ਗੁਰਮੁਖ ਤੇ ਦੂਜੀ ਮਨਮੁਖ। ਹੁਣ ਗੁਰਮੁਖ ਉਹ ਹੈ ਜਿਸ ਦਾ ਮੂੰਹ ਗੁਰੂ ਵੱਲ ਹੈ ਅਤੇ ਮਨਮੁਖ ਉਹ ਹੈ ਜਿਸ ਦਾ ਮੁਖ ਆਪਣੇ ਮਨ ਵੱਲ ਹੈ। ਸੋ ਇਸ ਦ੍ਰਿਸ਼ਟੀਕੋਣ ਤੋਂ ਇਸ ਪੌੜੀ ਦੀ ਆਰੰਭਕ ਪੰਕਤੀ ਜਿਹੜੀ ਆ, ਸਾਚੋ ਉਪਜੈ ਸਾਚ ਸਮਾਵੈ, ਕਨੌੜਾ ਸਾਚੋ ਉਪਜੈ ਸਾਚ ਸਮਾਵੈ, ਜਿਹੜੇ ਅਰਥ ਕੀਤੇ ਨੇ ਤੇ ਗੁਰਮੁਖ ਸੱਚੇ ਪਰਮੇਸ਼ਰ ਤੋਂ ਪੈਦਾ ਹੁੰਦੇ ਨੇ ਅਤੇ ਸੱਚ ਵਿੱਚ ਹੀ ਸਮਾਏ ਭਾਵ ਇਕਮਿਕ ਹੋਏ ਰਹਿੰਦੇ ਨੇ ਅਤੇ ਪਰਮ ਪਦ ਵੀ ਪ੍ਰਾਪਤ ਕਰ ਲੈਂਦੇ ਨੇ। ਇਸ ਲਈ ਉਹ ਜੀਵਨ ਮੁਕਤ ਹਨ। ਪਰ ਦੂਜੇ ਪਾਸੇ ਮਾਇਆ ਵਿੱਚ ਫਸੇ ਗਰਸੇ ਹੋਏ ਝੂਠ ਬੋਲਣ ਵਾਲੇ ਮਨਮੁਖ ਹਨ, ਜੋ ਸਦਾ ਹੀ ਜਨਮ ਮਰਨ ਦੇ ਗੇੜੇ 'ਚ ਪਏ ਰਹਿੰਦੇ ਨੇ। ਇਹ ਜਿਹੜਾ ਸੰਸਾਰ ਦਾ ਚੱਕਰ ਆਵਾਗਾਉਣ ਦਾ, ਇਹ 'ਚੋਂ ਕੱਢਣ ਦੀ ਸ਼ਕਤੀ ਜਿਹੜੀ ਉਹ ਗੁਰ ਸ਼ਬਦ ਵਿੱਚ ਹੈ, ਹੋਰ ਕਿਸੇ ਚੀਜ਼ 'ਚ ਇਹ ਸ਼ਕਤੀ ਨਹੀਂ ਹੈਗੀ। ਵੱਡਾ ਮਸਲਾ ਆਪਣਾ ਜੰਮਣ ਮਰਨ ਦੇ ਗੇੜ 'ਚੋਂ ਬਾਹਰ ਆਉਣਾ। ਆਹ ਮਸਲਾ ਨਹੀਂ ਕਿ ਮੈਂ ਘਰ ਬਣਾ ਲਿਆ, ਮੈਂ ਬੱਚੇ ਪੜ੍ਹਾ ਲਏ, ਮੈਂ ਆਹ ਕਰਮ ਕਰ ਲਿਆ। ਲੋਕੀ ਬੜੇ ਖੁਸ਼ ਹੁੰਦੇ ਨੇ, ਬੱਚੇ ਵਿਆਹ ਲਏ, ਉਹ ਸੈੱਟ ਕਰ ਦਿੱਤੇ। ਸੈੱਟ ਆਪ ਤਾਂ ਸੈੱਟ ਹੋ ਲੋ ਭਾਈ, ਆਪ ਤਾਂ ਉਲਟੀ ਹੋਇਆ ਪਿਆ ਸਾਰਾ ਕੰਮ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ ਉਹ ਜੀਵਨ ਮੁਕਤ ਹੋ ਜਾਂਦਾ। ਹੁਣ ਜੋਗ ਮਤ ਵਿੱਚ ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿਖਾਉਣ ਦਾ ਧਨੀ ਹੋਵੇ ਉਹਨੂੰ ਸਿੱਧ ਆਖਿਆ ਜਾਂਦਾ, ਪਰ ਗੁਰੂ ਸਾਹਿਬ ਜੀ ਸਿੱਧਾਂ ਦੇ ਮੁਕਾਬਲੇ ਤੇ ਗੁਰਮੁਖ ਨੂੰ ਆਦਰਸ਼ਕ ਮਨੁੱਖ ਮੰਨਦੇ ਨੇ। ਇਹ ਸਾਰੀ ਖੇਡ ਵਾਹਿਗੁਰੂ ਦੀ ਮਿਹਰ ਦੀ ਹੈ। ਜਿਸ ਮਨੁੱਖ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹਨੂੰ ਗੁਰੂ ਸ਼ਬਦ ਦੀ ਤੇ ਗੁਰੂ ਦੀ ਸੋਝੀ ਹੋ ਜਾਂਦੀ, ਸੰਗਤ ਦੀ ਸੋਝੀ ਹੋ ਜਾਂਦੀ ਹੈ। ਉਹ ਸਤਿਗੁਰੂ ਜੀ ਉਹਨੂੰ ਸੋਝੀ ਕਰਾ ਦਿੰਦੇ ਨੇ ਸ਼ਬਦ ਦੇ ਰਾਹੀਂ। ਉਹ ਹਉਮੈ ਤੇ ਦੂਜਾ ਭਾਵ ਤਿਆਗ ਦਿੰਦਾ, ਜਿਸ ਦੇ ਫਲ ਸਰੂਪ ਤਾਰਨਹਾਰ ਵਾਹਿਗੁਰੂ ਉਸ ਨੂੰ ਸੰਸਾਰ ਸਾਗਰ ਤੋਂ ਤਾਰ ਲੈਂਦਾ। 26ਵੀਂ ਪੌੜੀ 'ਚ ਬਖਸ਼ਿਸ਼ ਕਰ ਰਹੇ ਨੇ, ਮਨਮੁਖ ਭੂਲੈ ਜਮ ਕੀ ਕਾਣ, ਪਰ ਕਰ ਜੋ ਹੈ ਹਾਣੇ ਹਾਣ।
ਹੁਣ ਮਨਮੁਖ ਮਾਇਆ ਵਿੱਚ ਖਚਿਤ ਹੋਣ ਕਰਕੇ ਸਹੀ ਜੀਵਨ ਦੇ ਰਸਤੇ ਤੋਂ ਖੁੰਝ ਜਾਂਦਾ ਅਸਲ 'ਚ, ਜਿਸ ਕਰਕੇ ਜਮ ਦੀ ਮੁਥਾਜੀ ਵਿੱਚ ਉਹ ਫਸਿਆ ਰਹਿੰਦਾ। ਉਹ ਨਿਜ ਘਰ ਨੂੰ ਛੱਡ ਕੇ ਪਰਾਏ ਘਰ ਨੂੰ, ਭਾਵ ਪਰਾਈ ਇਸਤਰੀ, ਪਰਾਇਆ ਧਨ, ਪਰਾਈ ਨਿੰਦਾ ਤੱਕਦਾ ਰਹਿੰਦਾ ਹਮੇਸ਼ਾ। ਬਾਰ-ਬਾਰ ਸਮਝਾਉਂਦੇ ਨੇ, ਪਰ ਤ੍ਰੈ ਰੂਪ ਨਾ ਪੇਖੈ ਨੇਤਰ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਪਰ ਤ੍ਰੈ ਰਾਵਣ ਜਾਹੇ ਸੇਈ ਤਾ ਲਾਜੀਐ। ਬਾਰ-ਬਾਰ ਸਤਿਗੁਰੂ ਇਹੀ ਕਹਿੰਦੇ ਨੇ ਕਿ ਇਹ ਬਹੁਤ ਖਤਰਨਾਕ ਖੇਡ ਹੈ ਜਿਹੜੀ ਤੂੰ ਖੇਡਦਾ ਮਨਮੁਖ, ਉਹ ਜਿਸ ਕਰਕੇ ਉਹਨੂੰ ਘਾਟਾ ਹੀ ਘਾਟਾ ਪੈਂਦਾ। ਪਰ ਕਰ ਜੋ ਹੈ ਹਾਣੇ ਹਾਣ, ਹਾਣ ਹੁੰਦਾ ਨੁਕਸਾਨ, ਹਾਨੀ ਹੋਣੀ। ਮਨਮੁਖ ਭਰਮ ਭਵੈ ਬੇਬਾਨ, ਕਿਉਂਕਿ ਮਨਮੁਖ ਜਿਹੜਾ ਹੈ ਨਾ ਉਹ ਭਰਮ ਵਿੱਚ ਪਿਆ ਹੋਇਆ ਬੀਆਬਾਨ, ਉਹ ਜਾੜ ਵਿੱਚ ਹੀ ਪਾਉਂਦਾ ਰਹਿੰਦਾ ਮਨ ਨੂੰ, ਉਹਨੂੰ ਸੋਝੀ ਨਹੀਂ ਪੈਂਦੀ ਮੈਂ ਕਰਾਂ ਕੀ। ਵੇ ਮਾਰਗ ਮੂਸੈ ਮੰਤਰ ਮਸਾਣ, ਵੇ ਮਾਰਗ ਹੁੰਦਾ ਕੁਰਾਹੇ ਪੈ ਕੇ ਨਾ ਉਹ ਲੁੱਟਿਆ ਜਾਂਦਾ, ਕਿਉਂਕਿ ਮੰਤਰ ਮਸਾਣ, ਮਸਾਣਾ ਵਿੱਚ ਮੰਤਰ ਪੜ੍ਹਨ ਵਾਲਾ ਉਹ ਨਹੀਂ ਜਾਣਦਾ ਕਿ ਮੈਂ ਪੁੱਠਾ ਕੰਮ ਕਰ ਰਿਹਾ, ਇਹਦਾ ਰਿਜ਼ਲਟ ਕੀ ਨਿਕਲੇਗਾ। ਮਸਾਣਾ ਵਿੱਚ ਮੰਤਰ ਪੜ੍ਹਨ ਵਾਲਾ ਮਨੁੱਖ ਕੁਰਾਹੇ ਪੈ ਕੇ ਲੁੱਟਿਆ ਜਾਂਦਾ। ਉਹਨੂੰ ਇਹ ਨਹੀਂ ਪਤਾ ਕਿ ਮਨੁੱਖਤਾ ਦਾ ਅਸਲੀ ਕਰਮ ਕੀ ਹੈ, ਕਿਉਂਕਿ ਉਹ ਮਹਾਰਾਜ ਦੇ ਸ਼ਬਦ ਨੂੰ ਨਹੀਂ ਸਮਝਦੇ। ਸ਼ਬਦ ਨਾ ਚੀਨੈ ਲਵੈ ਕੁਬਾਣ, ਸ਼ਬਦ ਨੂੰ ਸਮਝਦਾ ਨਹੀਂ। ਲਵੈ ਅਰਥ ਹੁੰਦਾ ਦੁਰਬਚਨ ਬੋਲਦਾ, ਲਵੈ ਮਤਲਬ ਜਿਵੇਂ ਕਾਂ ਲਵੈ ਬੋਲਦਾ। ਕੁਬਾਣ ਹੁੰਦਾ ਜਿਹੜਾ ਬਾਣ ਤੋਂ ਅਰਥ ਬਾਣੀ, ਭਾਵ ਖੋਟੀ ਬੋਲੀ ਹੋ ਜਾਂਦੀ, ਦੁਰਬਚਨ ਖੋਟੇ ਬੋਲ ਬੋਲਦਾ, ਕਿਉਂਕਿ ਉਹਨੂੰ ਸ਼ਬਦ ਦੀ ਸੋਝੀ ਨਹੀਂ। ਇਹ ਇੱਕ ਪ੍ਰਕਾਰ ਦੇ ਛੋਟੇ ਛੋਟੇ ਚੇਟਕ ਜੇ ਕਰਨੇ, ਮਨੋਰੰਜਨ ਜੇ ਛੋਟੇ ਛੋਟੇ ਕਰਨੇ, ਵੀ ਉਹਦਾ ਨੁਕਸਾਨ ਕਰਦਿਆਂ, ਉਹਦਾ ਕਰਦਿਆਂ ਨਹੀਂ ਜਾਣਦਾ ਭਲਾ ਲੋਕ ਕਿ ਵਾਹਿਗੁਰੂ ਦੇਖ ਰਿਹਾ। ਜਦੋਂ ਅਸੀਂ ਕਿਸੇ ਲਈ ਕਹਿੰਦੇ ਸਿਆਣੇ ਵੀ ਟੋਆ ਪੱਟਦੇ ਆ ਤਾਂ ਵਾਹਿਗੁਰੂ ਉਹਦੇ ਅੱਗੇ ਖੂਹ ਪੱਟ ਦਿੰਦਾ। ਵਾਹਿਗੁਰੂ ਨੂੰ, ਉਹਦੀ ਹੋਂਦ ਨੂੰ, ਸਤਿਗੁਰੂ ਦੀ ਹੋਂਦ ਨੂੰ ਭੁੱਲ ਕੇ ਮੰਤਰ ਜੰਤਰ ਤੰਤਰ ਕੁਮੰਤਰ ਇਹਨਾਂ ਚੱਕਰਾਂ ਜੀਵ ਚੱਲੇ ਹੋਏ ਨੇ। ਪਰ ਇਹ ਜੀਵਨ ਦੀ ਸਹੀ ਸੇਧ ਨਹੀਂ, ਸਹੀ ਮਾਰਗ ਨਹੀਂ। ਇਹ ਤਾਂ ਇੱਕ ਬੰਦਾ ਜਿਵੇਂ ਗਲਤ ਮਾਰਗ ਦੇ ਉੱਤੇ ਚੱਲ ਕੇ ਅਖੀਰ ਜਾ ਕੇ ਸਮੁੰਦਰ ਵਿੱਚ ਡਿੱਗ ਕੇ ਗੋਤੇ ਖਾ ਖਾ ਕੇ ਮਰ ਜਾਂਦਾ। ਸੰਸਾਰ ਦੇ ਅੰਦਰ ਸਹੀ ਰਸਤਾ ਜਿਹੜਾ ਭਗਤੀ ਦਾ, ਉਹ ਗੁਰੂ ਨਾਨਕ ਦੇਵ ਜੀ ਦਾ, ਜੋ ਤਾਂ ਕਿ ਮਾਰਗ ਮਹਿ ਆਏ ਦੁਖ ਭੂਖ ਕਬੋ ਨਾ ਸੰਤਾਏ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸ਼ਬਦ ਨਾ ਚੀਨੈ ਲਵੈ ਕੁਬਾਣ, ਸ਼ਬਦ ਤਾਂ ਪਛਾਣਿਆ ਨਹੀਂ, ਹੋਰ ਹੀ ਪੁੱਠੀਆਂ ਬੋਲੀਆਂ ਬੋਲੀ ਜਾਂਦਾ, ਮੰਤਰ ਜੰਤਰ। ਨਾਨਕ ਸਾਚ ਰਤੇ ਸੁਖ ਜਾਣ, ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਜਿਹੜੇ ਮਨੁੱਖ ਸੱਚ ਵਿੱਚ ਰੱਤੇ ਰੰਗੇ ਗਏ ਨੇ, ਸਹੀ ਅਰਥਾਂ ਵਿੱਚ, ਉਹਨਾਂ ਨੇ ਹੀ ਆਤਮਿਕ ਸੁੱਖ ਨੂੰ ਜਾਣਿਆ ਤੇ ਮਾਣਿਆ। ਹੁਣ ਇਹ ਮਨਮੁਖ ਦੀ ਤਸਵੀਰ ਖਿੱਚੀ ਮਹਾਰਾਜ ਨੇ, ਕਿਉਂਕਿ ਮਨਮੁਖ ਹਮੇਸ਼ਾ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਹੀ ਰਹਿੰਦਾ। ਉਹ ਪਰਾਏ ਰੂਪ ਧਨ ਵਾਲਾ ਆਪਣੀ ਨਿਗਾਹ ਰੱਖਦਾ, ਅਜਿਹੇ ਕੁਕਰਮ ਜਿਹਦੇ ਵਿੱਚ ਘਾਟਾ ਹੀ ਘਾਟਾ ਹੋਏ ਜੇ ਕੁਕਰਮ ਕਰਦਾ। ਸ਼ਬਦ ਦੀ ਸੋਝੀ ਨਹੀਂ ਆਉਂਦੀ, ਮੂੰਹੋਂ ਬੋਲਦਾ ਤਾਂ ਖੋਟੇ ਬਚਨ। ਮੜੀਆਂ ਮਸਾਣਾ ਵਿੱਚ ਜਾ ਕੇ ਮੰਤਰ ਸਿੱਖਣ ਵਾਲਾ ਮਨੁੱਖ ਹਮੇਸ਼ਾ ਟੇਢੇ ਮਾਰਗ ਤੇ ਚੱਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿਵੇਂ ਫਰਮਾਇਆ ਨਾ ਕਿ ਮਨਮੁਖ ਅਗਿਆਨ ਕੁਮਾਰਗ ਪਾਏ, ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ, ਭਵਜਲ ਡੂਬੇ ਦੂਜੈ ਪਾਏ। ਕਿਉਂਕਿ ਮਨਮੁਖ ਦਾ ਕਰਤੱਵ ਕੀ ਦੱਸਦੇ ਨੇ, ਨਾਮ ਨਾ ਚਿੱਤ ਹੈ, ਸ਼ਬਦ ਨਾ ਵਿਚਾਰ ਹੈ, ਇਹ ਮਨਮੁਖ ਦਾ ਆਚਾਰ। ਮਨਮੁਖ ਸੁੱਕੇ ਖੜੋਤੇ ਦਰਖਤ ਵਾਂਗੂ ਹੈ, ਜਿਹਦੀ ਕਦੇ ਛਾਂ ਨਹੀਂ ਨਾ ਕਦੇ ਫਲ ਲੱਗਦੇ ਨੇ। ਉਹਨਾਂ ਦੀ ਦੁਰਦਸ਼ਾ ਦਾ ਵਰਣਨ ਮਹਾਰਾਜ ਕਰਦੇ ਨੇ ਇਸ ਤਰ੍ਹਾਂ ਕਿ ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਐ, ਉਹਨਾਂ ਘਰ ਨਾ ਗਿਰਾਓ, ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਓ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਲੋਕ ਮਨਮੁਖ ਜਿਹੜੇ ਭਟਕ ਜਾਂਦੇ ਨੇ। ਸਿੱਧਾ ਨੇ ਬੇਨਤੀ ਕੀਤੀ ਫਿਰ ਮਹਾਰਾਜ ਜੀ ਗੁਰਮੁਖ ਦੇ ਹੋਰ ਕਿਰਪਾ ਕਰਕੇ ਲੱਛਣ ਦੱਸੋ ਤਾਂ ਕਿ ਅਸੀਂ ਵੀ ਗੁਰਮੁਖਤਾਈ ਨੂੰ ਧਾਰਨ ਕਰ ਸਕੀਏ। ਆਓ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਪੌੜੀਆਂ ਵਿੱਚ ਹੁਣ ਗੁਰਮੁਖ ਦਾ ਲੱਛਣ ਕਰਨਗੇ। ਅੱਜ ਕੱਲ ਦੇ ਯੁੱਗ 'ਚ ਆਪਾਂ ਹਰੇਕ ਨੂੰ ਕਹਿ ਦਿੰਦੇ ਆਓ ਜੀ ਗੁਰਮੁਖ ਪਿਆਰਿਓ, ਆ ਜਰਾ ਸੁਣੋ ਭਾਈ ਕਿ ਗੁਰਮੁਖ ਕੌਣ। ਆਪਾਂ ਤਾਂ ਐਵੇਂ ਕੋਈ ਵੀ ਅੱਖਰ ਸ਼ੁਰੂ ਤੋਂ ਲੈ ਕੇ ਭਾਈ ਅੱਖਰ, ਬਹੁਤ ਵੱਡਾ ਅੱਖਰ ਗੁਰੂ ਘਰ 'ਚ ਬਖਸ਼ਿਆ, ਭਾਈ ਅੱਖਰ ਤੇ ਫਿਰ ਹੌਲੀ ਹੌਲੀ ਜਿਤਨੇ ਵੀ ਅੱਖਰ ਸੀ ਇਹ ਸਾਰਿਆਂ ਲੋਕਾਂ ਦੇ ਬਦਨਾਮ ਕਰ ਦਿੱਤਾ। ਗੁਰਮੁਖ ਅੱਖਰ ਬੜਾ ਵੱਡਾ ਅੱਖਰ ਹੈ, ਹਰੇਕ ਨੂੰ ਗੁਰਮੁਖ ਪਿਆਰਾ ਕਹਿਣਾ ਵੀ ਸੋਭਦਾ ਨਹੀਂ। ਗੁਰਮੁਖ ਕੌਣ ਹੈ?
ਗੁਰਮੁਖ ਸਾਚੇ ਕਾ ਭਉ ਪਾਵੈ। 27ਵੀਂ ਪੌੜੀ ਚ ਮਹਾਰਾਜ ਕਹਿੰਦੇ ਗੁਰਮੁਖ ਜਿਹੜਾ ਨਾ ਗੁਰੂ ਅਨੁਸਾਰੀ ਸਿੱਖ ਜਿਹੜਾ ਹੁੰਦਾ ਉਹਨੂੰ ਗੁਰਮੁਖ ਕਹਿੰਦੇ ਨੇ, ਜਿਹਦੇ ਮੁਖ ਵਿੱਚ ਗੁਰੂ ਦਾ ਜਾਪ ਹੋਵੇ, ਜਿਹਦਾ ਮੁਖ ਗੁਰੂ ਵੱਲ ਹੋਵੇ, ਆਪਣੇ ਹਿਰਦੇ ਵਿੱਚ ਸੱਚੇ ਪਰਮੇਸ਼ਰ ਦਾ ਡਰ ਰੱਖਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਡਰ ਰੱਖਦਾ, ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਮੰਨਦਾ ਹੈ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ, ਉਹਨੂੰ ਗੁਰਮੁਖ ਕਹਿੰਦੇ ਨੇ। ਜਿਵੇਂ ਆਪ ਜੀ ਨੇ ਸੁਣਿਆ ਕਈ ਬੰਦੇ ਕਹਿੰਦੇ ਮੈਂ ਗੁਰੂ ਘਰ 'ਚ ਖੜਾ, ਮੈਂ ਝੂਠ ਨਹੀਂ ਕਹਿੰਦਾ। ਇਹਦਾ ਮਤਲਬ ਇਹ ਹੋਇਆ ਕਿ ਉਹ ਗੁਰੂ ਸਾਹਿਬ ਨੂੰ ਗੁਰੂ ਦੇ ਦੁਆਰੇ ਦੇ ਵਿੱਚ ਕੰਧਾਂ ਦੇ ਦੁਆਲੇ ਕੈਦ ਹੋਇਆ ਹੀ ਮੰਨਿਆ ਮਹਾਰਾਜ ਨੂੰ। ਗੁਰੂ ਸਾਹਿਬ ਤਾਂ ਸਰਬ ਵਿਆਪਕ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਗੁਰਮੁਖ ਦਾ ਪਹਿਲਾ ਲੱਛਣ ਹੈ ਕਿ ਵਾਹਿਗੁਰੂ ਦਾ ਡਰ ਹਮੇਸ਼ਾ ਮਨ 'ਚ ਰੱਖੇ, ਚਾਹੇ ਕਿਤੇ ਵੀ ਰਹੇ। ਗੁਰਮੁਖ ਬਾਣੀ ਅਗੜ ਕਢਾਵੈ। ਹੁਣ ਜਿਹੜਾ ਗੁਰਮੁਖ ਹੈ ਨਾ, ਉਹਦਾ ਦੂਸਰਾ ਲੱਛਣ ਯਾਦ ਕਰੋ, ਗੁਰੂ ਦੀ ਬਾਣੀ ਦੁਆਰਾ ਜਿਹੜਾ ਅਘੜ ਮਨ ਹੈ, ਨਾ ਘੜੇ ਜਾਣ ਵਾਲਾ ਅਸਾਧ ਮਨ ਹੈ, ਉਹ ਅਸਾਧ ਮਨ ਨੂੰ ਚੰਗੀ ਤਰ੍ਹਾਂ ਸਾਧ ਲੈਂਦਾ ਹੈ। ਅਣਘੜਤ ਮਨ ਨੂੰ ਗੁਰਮੁਖ ਬੰਦਾ ਗੁਰਬਾਣੀ ਦੇ ਰਾਹੀਂ ਸਾਧਦਾ ਹੈ। ਕਿ ਜਿਸ ਨੂੰ ਆਪਾਂ ਗੁਰਮੁਖ ਕਹਿੰਦੇ ਆ, ਉਹ ਗੁਰਮੁਖੋ ਪਿਆਰਿਓ, ਉਹਦੇ ਕੋਲੇ ਗੱਲ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੈ। ਮਹਾਰਾਜ ਕਹਿੰਦੇ ਗੁਰਮੁਖ ਜਿਉੜਾ ਪਵਿੱਤਰ ਤੇ ਉੱਚੀ ਪਦਵੀ ਪ੍ਰਾਪਤ ਕਰਦਾ ਹੈ। ਕੀ ਕਰਦਾ ਉਹ ਨਿਰਮਲ ਮਨ ਵਾਲਾ ਹੋ ਕੇ ਨਾ ਹਰੀ ਦੇ ਗੁਣਾਂ ਦਾ ਗਾਇਨ ਕਰਦਾ ਹੈ। ਪਹਿਲਾਂ ਤਾਂ ਵੈਸੇ ਮਨ ਨਿਰਮਲ ਕਰਨਾ, ਸ਼ੁੱਧ ਮਨ ਹੋ ਕੇ, ਇੱਕ ਮਨ ਹੋ ਕੇ ਨਾਮ ਜਪਣਾ, ਫੇਰ ਗੁਰਬਾਣੀ ਦੇ ਰਾਹੀਂ ਮਨ ਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਲੈਣਾ ਅੰਦਰੋਂ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਹਰੀ ਦੇ ਗੁਣ ਗਾਇਨ ਦੇ ਨਾਲ ਨਿਰਮਲ 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 ਤੇਰੀ ਬਾਣੀ, ਨਿਰਮਲ ਬਾਣੀ ਪੜ੍ਹ ਕੇ ਮਨ ਨਿਰਮਲ ਹੁੰਦਾ। ਕੁਝ ਕੁ ਗੱਲਾਂ ਹੁੰਦੀਆਂ ਨੇ, ਮੋਟੀ ਮੋਟੀ ਮੈਲ ਪਾਣੀ ਨਾਲ ਲੱਥ ਜਾਂਦੀ, ਬਾਕੀ ਸਾਬਣ ਨਾਲ ਲੈ ਜਾਂਦੀ। ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਹੁਣ ਜਿਹੜੇ ਗੁਰਮੁਖ ਨੇ ਉਹ ਪਵਿੱਤਰ ਉੱਚੀ ਪਦਵੀ ਪ੍ਰਾਪਤ ਕਰਦੇ ਨੇ, ਇਹ ਨਿਰਮਲ ਹਰੀ ਦੇ ਗੁਣਾਂ ਨੂੰ ਗਾਉਣ ਕਰਕੇ। ਪਵਿੱਤਰ ਪਦਵੀ ਮਹਾਰਾਜ ਜੀ ਕਿਹੜੀ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ? ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਹੜੇ ਗੁਰਮੁਖ ਨੇ ਉਹਨਾਂ ਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਜਪਦਾ। ਨਾਨਕ ਗੁਰਮੁਖ ਸਾਚ ਸਮਾਵੈ। ਮਹਾਰਾਜ ਕਹਿੰਦੇ ਜਿਹੜੇ ਨਾ ਗੁਰਮੁਖ ਉਹ ਸਦਾ ਥਿਰ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ। ਰੋਮ ਰੋਮ ਧਿਆਉਣ ਦਾ ਭਾਵ ਤਨੋ ਮਨੋ ਕਰਨਾ। ਗੁਰਬਾਣੀ ਵਿੱਚ ਸਾਨੂੰ ਰੋਮ ਰੋਮ ਦੀ ਵਰਤੋਂ ਤੇ ਦਰਸ਼ਨ ਇਉਂ ਵੀ ਕਰਾਉਂਦੇ ਨੇ ਮਹਾਰਾਜ ਕਿ 14 ਲੋਕ ਮਝਾਰ, ਰੋਮ ਰੋਮ ਮਹਿ ਬਸਹਿ ਮੁਰਾਰ, ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰਾ ਕੀਨੋ ਦਾਨ। ਜਰਰੇ ਜਰਰੇ ਵਿੱਚ ਪਰਮੇਸ਼ਰ ਦਾ ਨਾਮ ਵਿਆਪਕ ਹੈ। ਦਸ਼ਮੇਸ਼ ਪਿਤਾ ਮਹਾਰਾਜ ਨੇ ਇਸ ਪਦ ਦਾ ਪ੍ਰਯੋਗ ਇਉਂ ਕੀਤਾ ਕਿ ਰੋਮ ਰੋਮ ਜੇ ਰਸਨਾ ਪਾਉ, ਤਦ ਬਖਾਲਸਾ ਜਸ ਤੋਏ ਗਾਉ। ਬਾਣੀ ਰਾਮ ਨਾਮ ਸੁਣੀ, ਸਿੱਧ ਕਾਰਜ ਸਭ ਸੁਹਾਏ। ਰਾਮ ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ। ਰਾਮ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ। ਕਿਉਂਕਿ ਗੁਰਮੁਖ ਦਾ ਹਰੇਕ ਰੋਮ ਪਰਮੇਸ਼ਰ ਦਾ ਸਿਮਰਨ ਕਰਦਾ। ਜਦੋਂ ਗੁਰਮੁਖ ਗੁਰੂ ਦਾ ਸ਼ਬਦ ਹਿਰਦੇ 'ਚ ਧਾਰਦਾ, ਸਿਮਰਨ ਦੀ ਮਹਿਮਾ ਸੁਣਦਾ, ਉਸ ਦਾ ਰੋਮ ਰੋਮ ਖੜਾ ਹੋ ਜਾਂਦਾ। ਉਸ ਸਰੀਰ ਵਿੱਚ ਜਦੋਂ ਉਸ ਦੀ ਸੁਰਤ ਗੁਰੂ ਕੇ ਸ਼ਬਦ ਨਾਲ ਸਪਰਸ਼ ਕਰਦੀ, ਪ੍ਰੇਮ ਦੇ ਬਾਣ ਨਾਲ ਜਦੋਂ ਉਸ ਦਾ ਮਨ ਵਿੰਨਿਆ ਜਾਂਦਾ, ਤਾਂ ਰੋਮ ਰੋਮ 'ਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਧੁਨੀ ਸੁਣਾਈ ਦਿੰਦੀ। ਕਿਉਂਕਿ ਗੁਰਮੁਖਾਂ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਨਾਮ ਸਲਾਹਨ ਨਾਮ ਮਨ, ਅਸਥਿਰ ਜਗ ਸੋਈ। ਹਿਰਦੈ ਹਰ ਹਰ ਚਿਤਵੈ, ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ, ਖਿਨ ਖਿਨ ਹਰ ਸੋਈ। ਗੁਰਮੁਖ ਜਨਮ ਸਕਾਰਥਾ, ਨਿਰਮਲ ਮਲ ਖੋਈ। ਨਾਨਕ ਜੀਵ ਦਾ ਪੁਰਖ ਧਿਆਇਆ, ਅਮਰਾ ਪਦ ਹੋਈ। ਸੋ ਸਾਰੇ ਸਰੀਰ ਵਿੱਚ ਨਾਮ ਦੀ ਨਿਰੰਤਰ ਰੌਂ ਚੱਲਣ ਲੱਗ ਪੈਂਦੀ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਪ੍ਰਤੀਕ। ਸੋ ਆਪਾਂ ਨੇ ਕਿਤੇ ਇਹ ਨਹੀਂ ਸਮਝਣਾ ਕਿ ਇਹ ਅਵਸਥਾ ਜਿਹੜੀ ਹੈ ਵੈਸੇ ਵੀ ਰੋਮ ਖੜੇ ਹੋ ਜਾਂਦੇ ਨੇ, ਨਹੀਂ। ਇਹ ਬਹੁਤ ਅਵਸਥਾ ਗੁਰਮੁਖਾਂ ਦੀ ਹੁਣ ਵੀ ਹੈ। ਵਾਕਈ ਇਹ ਜਿਹੜੇ ਰੋਮ ਨੇ, ਇਹਨਾਂ 'ਚ ਇੱਕ ਸਰੀਰਕ ਕਿਰਿਆ ਐਸੀ ਚੱਲ ਪੈਂਦੀ ਆ ਕਿ ਜਿਵੇਂ ਆਪਣੇ ਇਕੱਲੇ ਇਕੱਲੇ ਰੋਮ ਦੇ ਛੇਕ ਵਿੱਚੋਂ ਮੁੜਕਾ ਨਿਕਲਦਾ ਨਾ, ਛੇਕ ਹੈਗੇ ਨੇ। ਸੋ ਇੱਕ ਵਾਰ ਦਿਖਾ ਰਹੇ ਸੀ ਇਸ ਤਰ੍ਹਾਂ ਹੀ ਕਿ ਸਾਡੇ ਰੋਮਾਂ ਦੇ ਵਿੱਚ ਜਿਹੜੇ ਬਹੁਤ ਬਰੀਕ ਜਿਹੜੇ ਜਰਮਸ ਹੁੰਦੇ ਨੇ, ਕਿਵੇਂ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਇਹ ਛੇਕ ਨੇ ਸਾਡੇ। ਸੋ ਪਹਿਲਾਂ ਤੇ ਜ਼ੁਬਾਨ ਨਾਲ ਨਾਮ ਜਪਣਾ, ਫਿਰ ਕੰਠ ਵਿੱਚ,
ਫਿਰ ਹਿਰਦੇ ਵਿੱਚ, ਫਿਰ ਨਾਭੀ ਵਿੱਚ, ਫਿਰ ਨਾਭੀ ਤੋਂ ਅੱਗੇ ਸਾਰੇ ਰੋਮਾਂ ਵਿੱਚ ਸੱਚਮੁੱਚ ਹੀ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਤੋਂ ਲੁਧਿਆਣੇ ਹਸਪੀਟਲ ਵਿੱਚ ਸਨ, ਸਰੀਰ ਢਿੱਲਾ ਹੋ ਗਿਆ। ਹੁਣ ਇਹ ਵੀ ਨਾ ਕਹੋ ਕਿ ਮਹਾਂਪੁਰਸ਼ ਕਿਉਂ ਹਸਪੀਟਲ, ਉਹਨਾਂ ਨੂੰ ਕਿਉਂ ਬਿਮਾਰੀ, ਉਹ ਕਿਸੇ ਦੀ ਬਿਮਾਰੀ ਲੈ ਲਈ। ਕਿਸੇ ਨੇ ਗੁਰਬਾਣੀ ਤੇ ਤਰਕ ਕਰ ਦਿੱਤੀ ਵੀ ਮੇਰੇ ਪੇਟ ਦੀ ਬਿਮਾਰੀ ਜਲੌਧਰ ਨਹੀਂ ਹਟੀ, ਮੈਂ 5 ਅਖੰਡ ਪਾਠ ਵੀ ਕਰਾਏ ਤੇ ਬਾਣੀ 'ਚ ਕੋਈ ਸ਼ਕਤੀ ਨਹੀਂ। ਅਸਲ ਵਿੱਚ ਕਸੂਰ ਤਾਂ ਸੀਗਾ ਪਾਠ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਦਾ। ਮਹਾਂਪੁਰਸ਼ ਕਹਿੰਦੇ ਉਹ ਬਾਣੀ ਤੇ ਤਰਕ ਨਾ ਮਾਰ ਭਾਈ, ਹੁਣ ਕਰਾ ਪਾਠ। ਮਹਾਰਾਜ ਸੱਚੇ ਪਾਤਸ਼ਾਹ ਤੋਂ ਮੰਗ ਹੀ ਲਈ ਉਹਦੀ ਬਿਮਾਰੀ ਕਿ ਮਹਾਰਾਜ ਮੈਂ ਗੁਰਬਾਣੀ ਦੀ ਬੇਅਦਬੀ ਨਹੀਂ ਸਹਾਰ ਸਕਦਾ, ਇਹ ਬਿਮਾਰੀ ਮੈਨੂੰ ਦੇ ਦਿਓ। ਮਹਾਂਪੁਰਸ਼ਾਂ ਨੇ ਬਿਮਾਰੀ ਆਪਣੇ ਉੱਪਰ ਲੈ ਕੇ ਆਪਣਾ ਸਰੀਰ ਤਿਆਗ ਦਿੱਤਾ। ਜਦੋਂ ਡਾਕਟਰ ਨੇ ਉੱਥੇ ਚੈੱਕ ਕੀਤਾ ਸੀ, ਚੈੱਕ ਕਰਦਿਆਂ ਕੰਨਾਂ ਵਿੱਚ ਲਾ ਕੇ ਟੂਟੀ ਜੀ ਥਾਂ ਦੇ ਉੱਤੇ ਲਾਈ ਤੇ ਡਾਕਟਰ ਉੱਥੇ ਹੀ ਖੜ ਜਿਆ ਕਰੇ। ਕਹਿੰਦੇ ਕੀ ਹੋਇਆ ਡਾਕਟਰ ਸਾਹਿਬ? ਕਹਿੰਦੇ ਮਹਾਰਾਜ ਜਿੱਥੇ ਵੀ ਲਾਉਣਾ ਸਰੀਰ 'ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਤੁਹਾਡੇ ਤੇ ਸਾਰਿਆਂ ਰੋਮਾਂ 'ਚੋਂ ਹੀ ਆਵਾਜ਼ ਆਉਂਦੀ ਹੈ। ਮਹਾਂਪੁਰਸ਼ ਕਹਿੰਦੇ ਐਵੇਂ ਆਵਾਜ਼ ਨਹੀਂ ਆਉਂਦੀ, ਤੇਰੇ ਉੱਤੇ ਵੀ ਕਿਰਪਾ ਹੈ ਤਾਈਓ ਸੁਣਦੀ, ਆਮ ਬੰਦੇ ਨੂੰ ਨਹੀਂ ਸੁਣਦੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਰੋਮ ਰੋਮ ਵਿੱਚ ਗੁਰਮੁਖਾਂ ਦੇ ਅਭਿਆਸ ਦਾ ਸਦਕਾ ਹੁੰਦਾ ਹੈ। ਜਦੋਂ ਆਪਾਂ ਕੋਈ ਅਭਿਆਸ ਕਰ ਲੈਂਦੇ ਹਾਂ ਤਾਂ ਕੋਈ ਵੀ ਚੀਜ਼ ਹੋ ਜਾਂਦੀ ਹੈ। ਜਦੋਂ ਨਾਮ ਦਾ ਅਭਿਆਸ ਕਰੀਏ ਤਾਂ ਨਾਮ ਹੌਲੀ ਹੌਲੀ ਸਰੀਰ ਵਿੱਚ, ਇੱਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਾਹੁੜ ਜਨਮ ਨਾ ਆਵਾਂ। ਮਹਾਰਾਜ ਕਹਿੰਦੇ ਫਿਰ ਨਾਮ ਹਿਰਦੇ 'ਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਇਸ ਤਰ੍ਹਾਂ ਜੀਵ ਦਾ ਭਲਾ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਹ ਪਾਵਨ ਪਵਿੱਤਰ ਉਪਦੇਸ਼ 27 ਪੌੜੀਆਂ ਤੱਕ ਬਖਸ਼ਿਸ਼ ਕੀਤਾ ਹੈ। ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ, ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਬਿਦ ਜਾਨੀ, ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ, ਗੁਰਮੁਖ ਪਰਚੈ ਵੇਦ ਵਿਚਾਰੀ। ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਕੀ ਬਾਣੀ ਨਾਲ ਜੁੜ ਕੇ ਗੁਰੂ ਕੀ ਬਾਣੀ ਦੇ ਅਰਥਾਂ ਦਾ ਆਨੰਦ ਮਾਣ ਰਹੇ ਹੋ ਅਤੇ ਆਪਣੇ ਮਨ ਦੇ ਅੰਦਰ ਗੁਰੂ ਕੇ ਦੱਸੇ ਹੋਏ ਸਿਧਾਂਤ ਨੂੰ ਵਸਾ ਕੇ ਉਹਦੇ ਉੱਤੇ ਆਪਣੇ ਜੀਵਨ ਨੂੰ ਚਲਾ ਕੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। 941 ਅੰਗ ਤੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਇਹ 28ਵੀਂ ਪੌੜੀ ਅੱਗੇ ਪ੍ਰਾਰੰਭ ਹੋ ਰਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦਾ ਲੱਛਣ ਕਰਦੇ ਹਨ ਕਿ ਗੁਰੂ ਦਾ ਅਨੁਸਾਰੀ ਜਿਹੜਾ ਹੋ ਕੇ ਸਿੱਖ ਚੱਲਦਾ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ, ਜੋ ਆਪਣੇ ਗੁਰੂ ਦੇ ਆਗਿਆਕਾਰ ਗੁਰਸਿੱਖ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਦੇ ਬਚਨ ਕਰਦੇ ਨੇ। ਅਥਵਾ ਕੁਝ ਐਸੇ ਵੀ ਸਤਿਗੁਰੂ ਨੇ ਦੱਸੇ ਨੇ ਵਾਕ ਕਿ ਗੁਰਮੁਖ ਅੱਖਰ ਅਕਾਲ ਪੁਰਖ ਲਈ ਵੀ ਵਰਤਿਆ ਹੈ। ਗੁਰਮੁਖ ਅੱਖਰ ਭਾਈ ਗੁਰਦਾਸ ਜੀ ਨੇ ਜਿਵੇਂ ਵਰਤਿਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਮੁਖੀ ਗੁਰੂ, ਇਹਦਾ ਭਾਵ ਇਹ ਵੀ ਹੈ। ਫਿਰ ਜਿਹੜੇ ਪਿਛਲੇ ਸਮੇਂ ਵਿੱਚ ਵੀ ਹੋਏ ਨੇ ਜਿਨ੍ਹਾਂ ਨੇ ਗੁਰੂ ਧਾਰਨ ਕੀਤੇ ਨੇ ਉਹਨਾਂ ਬਾਰੇ ਵੀ ਜ਼ਿਕਰ ਆਵੇਗਾ। ਪ੍ਰਹਿਲਾਦ ਜੀ ਨੂੰ, ਧਰੂ ਜੀ ਨੂੰ ਵੀ ਗੁਰਮੁਖ ਲਿਖਿਆ ਹੈ। ਆਓ ਸ਼ਰਵਣ ਕਰਦੇ ਹਾਂ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੁਰਮੁਖ ਪਰਚੈ ਵੇਦ ਵਿਚਾਰੀ। ਜਿਹੜੇ ਸਤਿਗੁਰੂ ਜੀ ਦੇ ਅਨੁਸਾਰੀ ਸਿੱਖ ਨੇ, ਗੁਰੂ ਸਾਹਿਬ ਦੇ ਸ਼ਬਦ ਨਾਲ ਜਿਹੜੇ ਪਰਚਦੇ ਨੇ, ਉਹ ਗੁਰੂ ਸਾਹਿਬ ਦੇ ਗਿਆਨ ਦੇ ਵਿਚਾਰਨ ਵਾਲਾ ਤਤਬੇਤਾ ਹੋ ਜਾਂਦਾ ਗੁਰਸਿੱਖ। ਇੱਥੇ ਵੇਦ ਦਾ ਭਾਵ ਹੈ ਗਿਆਨ। ਸੋ ਅਥਵਾ ਵੇਦ ਦਾ ਜਿਹੜਾ ਭਾਵ ਹੈ ਨਾ, ਗਿਆਨ ਵੀ ਹੈ ਤੇ ਵੇਦ ਹੁੰਦਾ ਕਿ ਵੇਦਾਂ ਦਾ ਗਿਆਤਾ ਵੀ ਹੋ ਜਾਂਦਾ। ਇਹ ਇੱਕ ਹੁਣ ਵੱਖਰੀ ਅਵਸਥਾ ਮਨ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਕਿ ਨਾਮ ਦੇ ਸੁਣਨ ਨਾਲ ਸੁਤੇ ਸਿੱਧ ਹੀ ਸਾਰਾ ਹੀ ਗਿਆਨ ਆਪਣੇ ਆਪ ਜੀ ਦਾ ਨਾਮ ਹੀ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ, ਬ੍ਰਹਮ ਗਿਆਨੀ ਨੂੰ 14 ਵਿਦਿਆ ਸਫੁਰਨ ਹੁੰਦੀਆਂ ਨੇ। ਬ੍ਰਹਮ ਗਿਆਨ ਦਾ ਮਤਲਬ ਹੁੰਦਾ ਉਹਨੂੰ ਸਾਰੇ ਪ੍ਰਕਾਰ ਦੀ ਹੀ ਵਿਦਿਆ ਆਉਂਦੀ ਹੁੰਦੀ ਹੈ।
ਤਤ ਬੇਤਾ ਬਣ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਇਹ ਵੇਦ ਜਿਹੜੇ ਨੇ ਇਹ ਤਿੰਨਾਂ ਗੁਣਾਂ ਤੱਕ ਹੀ ਸੀਮਤ ਨੇ, ਤਮੋ ਗੁਣ, ਰਜੋ ਗੁਣ, ਸਤੋ ਗੁਣ ਤੱਕ ਵੇਦਾਂ ਦਾ ਕਥਨ ਕੀਤਾ ਹੈ, ਕਿਉਂਕਿ ਇਹਨੂੰ ਕਥਨ ਕਰਨ ਵਾਲਾ ਜੋ ਹੈ ਬ੍ਰਹਮਾ, ਉਹ ਵੀ ਤਿੰਨਾਂ ਗੁਣਾਂ ਵਿੱਚ ਹੀ ਵਰਤਿਆ। ਚੌਥੀ ਪਦਵੀ ਦਾ ਮਾਲਕ ਉਹ ਵੀ ਨਹੀਂ ਬਣਿਆ। ਸੋ ਇਸ ਕਰਕੇ ਤਿੰਨ ਗੁਣਾਂ ਤੱਕ ਸੀਮਤ ਹਨ ਵੇਦ। ਪਰ ਵੇਦਾਂ ਵਿੱਚ ਨਾਮ ਦੀ ਮਹਿਮਾ ਜ਼ਰੂਰ ਕਹੀ ਹੈ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਧੁਰ ਕੀ ਬਾਣੀ ਜਿਹੜੀ ਹੈ ਇਹ ਸਭ ਤੋਂ ਸ਼੍ਰੋਮਣੀ ਹੈ। ਆਪਾਂ ਕਿਸੇ ਦੀ ਨਰਾਦਰੀ ਨਹੀਂ ਕਰਦੇ। ਜਿੱਥੇ ਕਿਸੇ ਦੀ ਪੋਸਟ ਹੈ, ਜਿੱਥੇ ਕਿਸੇ ਦਾ ਥਾਂ ਹੈ, ਉਹ ਹੀ ਦੱਸ ਰਹੇ ਹਾਂ। ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਸਤਿਗੁਰੂ ਜਾਣ ਬੁੱਝ ਕੇ ਅਸੀਂ ਉਹਨਾਂ ਨੂੰ ਵੱਡੇ ਕਹਿ ਰਹੇ, ਨਹੀਂ। ਉਹ ਤਾਂ ਫਰਮਾਨ ਹੀ ਹੈ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਦੇ ਅੱਗੇ ਬੜੇ ਬੜੇ ਪੀਰ, ਪੈਗੰਬਰ, ਸਿੱਧ, ਗੁਰੂ, ਛੋਟੇ ਮੋਟੇ ਸਭ ਝੁਕੇ ਨੇ। ਗੋ ਗਿਰ ਮਾਰਗ ਦੇਈ, ਜਿਨ੍ਹਾਂ ਨੂੰ ਪਹਾੜਾਂ ਨੇ ਰਸਤਾ ਦਿੱਤਾ, ਨਦੀਆਂ ਨੇ ਰਸਤਾ ਦਿੱਤਾ, ਸਮੁੰਦਰ ਨੇ ਰਸਤਾ ਦਿੱਤਾ। ਗੁਰਮੁਖ ਪਰਚੈ ਤਰੀਐ ਤਾਰੀ, ਗੁਰੂ ਸਾਹਿਬ ਦੇ ਅਨੁਸਾਰ ਹੀ ਜਿਹੜਾ ਨਾਮ ਸਿਮਰਨ ਦੀ ਤਾਰੀ ਦੁਆਰਾ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਤਤ ਬੇਤਾ। ਕਿਉਂਕਿ ਉਹ ਪਤੀਜਦਾ ਹੈ ਗੁਰਸਿੱਖ। ਸਤਿਗੁਰੂ ਜੀ ਜੋ ਉਪਦੇਸ਼ ਕਰਦੇ ਨੇ ਉਹਦਾ ਮਨ ਉਹਦੇ ਤੇ ਪਤੀਜਦਾ ਹੈ, ਮਨ ਮੰਨਦਾ ਹੈ। ਜਦੋਂ ਤੱਕ ਸਾਡਾ ਮਨ ਨਹੀਂ ਮੰਨਦਾ ਉਦੋਂ ਤੱਕ ਅਸੀਂ ਨਾਮ ਨਹੀਂ ਜਪਦੇ। ਮਨ ਮੰਨਣ ਦੀ ਗੱਲ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਸੋ ਸਤਿਗੁਰੂ ਅਨੁਸਾਰੀ ਜਿਹੜੇ ਗੁਰਮੁਖ ਨੇ, ਗੁਰੂ ਸ਼ਬਦ ਨਾਲ ਪਤੀਜਦੇ ਨੇ। ਸ਼ਬਦ ਦੁਆਰਾ ਫਿਰ ਉਹ ਆਤਮਿਕ ਸੋਝੀ ਵਾਲਾ ਹੁੰਦਾ। ਦੁਨੀਆ ਅੰਦਰ ਸੋਝੀ ਤਾਂ ਸਾਰਿਆਂ ਨੂੰ ਹੀ ਹੈ, ਪਰ ਆਤਮਿਕ ਸੋਝੀ ਵੱਖਰੀ ਹੈ। ਇੰਨੀ ਕਪੈਸਿਟੀ ਹਰੇਕ ਬੰਦੇ ਦੀ ਨਹੀਂ ਕਿ ਉਹਨੂੰ ਸਾਰੀ ਸੋਝੀ ਹੋ ਜਾਵੇ। ਇੱਕ ਡਾਕਟਰ ਬੜੀ ਉੱਚੀ ਸੋਝੀ ਰੱਖਦਾ ਆਪਣੇ ਕੰਮ ਵਿੱਚ, ਪਰ ਡਾਕਟਰ ਨੂੰ ਕਹੀਏ ਵੱਡੀ ਸਾਰੀ ਬਿਲਡਿੰਗ ਬਣਾਉਣੀ ਹੈ, ਪੁਲ ਬਣਾਉਣਾ ਹੈ, ਜਾਂ ਕੰਪਿਊਟਰ ਦਾ ਇਹ ਹਾਰਡਵੇਅਰ ਦਾ ਕੰਮ ਕਰਨਾ, ਉਹ ਕਹੇ ਭਈ ਇਹ ਮੈਂ ਸਿੱਖਿਆ ਹੀ ਨਹੀਂ। ਉਹਦੇ ਕੋਲ ਇੱਕ ਨੌਲੇਜ ਹੈ, ਉਹ ਡਾਕਟਰ ਹੈ। ਕਿਸੇ ਡਾਕਟਰ ਕੋਲ ਜਾਂਦੇ ਆ, ਜੀ ਇਹ ਆਪਰੇਸ਼ਨ ਕਰਨਾ, ਉਹ ਕਹਿੰਦਾ ਭਾਈ ਮੈਂ ਸਰਜੀਕਲ ਨਹੀਂ, ਮੈਂ ਸਰਜਰੀ ਦਾ ਕੋਰਸ ਨਹੀਂ ਕੀਤਾ, ਮੈਂ ਤਾਂ ਸਿਰਫ ਅੱਖਾਂ ਦਾ ਡਾਕਟਰ ਹਾਂ। ਦੇਖੋ ਉੱਥੇ ਅੱਖਾਂ ਦੇ ਡਾਕਟਰ ਨੂੰ ਜੇ ਕਹੀਏ ਕਿ ਤੂੰ ਪੇਟ ਦਾ ਰੋਗ ਠੀਕ ਕਰ, ਉਹ ਕਹਿੰਦਾ ਨਹੀਂ ਭਾਈ ਮੈਂ ਉਹਦੇ ਲਈ ਤੇ ਸਮਝੋ ਮੈਨੂੰ ਜਾਣਕਾਰੀ ਨਹੀਂ ਹੈ। ਸੋ ਇਸ ਪ੍ਰਕਾਰ ਹੀ ਸਾਰੀ ਦੁਨੀਆ ਵਿੱਚ ਸਾਰੇ ਮਨੁੱਖ ਸਿਆਣੇ ਤਾਂ ਹਨ, ਆਪੋ ਆਪਣੇ ਕੰਮਾਂ ਦੇ ਵਿੱਚ ਸੋਝੀ ਵਾਲੇ ਨੇ। ਵਿਆਹਾਂ ਦੇ ਕੰਮ ਕਰਨੇ, ਮਰਗਤ ਦੇ ਕੰਮ ਕਰਨੇ। ਬਜ਼ੁਰਗਾਂ ਨੂੰ ਪੁੱਛਿਆ ਜਾਂਦਾ ਇਹ ਇੱਥੇ ਕੀ ਕਰੀਦਾ, ਇੱਥੇ ਕੀ ਕਰੀਦਾ, ਉਹ ਵੀ ਇਸ ਕੰਮ ਲਈ ਮਾਰਨ ਮੰਨੇ ਜਾਂਦੇ ਨੇ। ਪਰ ਜਦੋਂ ਆਤਮਿਕ ਸੋਝੀ ਦੀ ਗੱਲ ਆਈ, ਉੱਥੇ ਜੀਵ ਅਗਿਆਨਤਾ ਦੇ ਹਨੇਰੇ ਵਿੱਚ ਸਾਰੇ ਭਟਕ ਰਹੇ ਨੇ। ਆਤਮਿਕ ਸੋਝੀ ਵਾਲਾ ਕੋਈ ਇੱਕ ਅੱਧਾ ਹੁੰਦਾ। ਆਤਮਿਕ ਸੋਝੀ ਵਾਲੇ ਨੂੰ ਹੀ ਕਹਿੰਦੇ ਇਹਨੂੰ ਬ੍ਰਹਮ ਦਾ ਗਿਆਨ ਹੈ। ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਕਿਉਂਕਿ ਗੁਰੂ ਸ਼ਬਦ ਨਾਲ ਪਤੀਜਦਾ ਹੈ ਗੁਰਮੁਖ, ਜਿਸ ਕਰਕੇ ਅੰਦਰਲੀ ਆਤਮਿਕ ਰਹਿਣੀ ਦੀ ਜੁਗਤੀ ਜਿਹੜੀ ਉਹਨੂੰ ਜਾਣ ਲੈਂਦਾ। ਅੰਦਰਲੀ ਸਾਰੀ ਵਿਧੀ, ਕਿਉਂਕਿ ਆਪਾਂ ਤੇ ਬਾਹਰ ਦੀ ਯਾਤਰਾ ਕੀਤੀ ਹੈ। ਕਿਸੇ ਬੰਦੇ ਨੂੰ ਇੱਥੇ ਪੁੱਛੋ ਕਿਉਂ ਬਈ ਤੂੰ ਆ ਜਿਸ ਸ਼ਹਿਰ ਵਿੱਚ ਰਹਿੰਦੇ ਇਹਦੇ ਬਾਰੇ ਲਓ, ਜਿਹੜਾ ਮਰਜ਼ੀ ਪੁੱਛੋ। ਮੈਂ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, 50 ਹੋ ਗਏ, ਕੋਈ 80 ਸਾਲਾਂ ਦਾ ਰਹਿ ਰਿਹਾ। ਬਾਹਰਲੇ ਦੇਸ਼ਾਂ ਵਿੱਚ ਮੈਂ ਗਿਆ, ਕਿਸ ਦੇਸ਼ ਦੀ ਮਰਜ਼ੀ ਗੱਲ ਪੁੱਛੋ। ਪਰ ਜੇ ਉਹਨੂੰ ਪੁੱਛੀਏ ਤੇ ਅੰਦਰਲੀ ਅਵਸਥਾ ਬਾਰੇ ਜ਼ਿਕਰ ਕਰ ਕਿ ਅੰਦਰ ਕੀ ਕੀ ਦਿਖਦਾ ਹੈ, ਉਹ ਕਹਿੰਦਾ ਅੰਦਰ ਤਾਂ ਕੁਛ ਨਹੀਂ, ਹਨੇਰਾ ਜਿਹਾ ਹੀ ਅੰਦਰ ਦਾ। ਕਿਉਂਕਿ ਅੰਦਰਲੀ ਅਵਸਥਾ ਬਣਨੀ ਇੱਕ ਵੱਖਰੀ ਗੱਲ ਹੈ। ਬਾਹਰ ਦੀ ਅਵਸਥਾ ਤਾਂ ਸਾਰਿਆਂ ਦੀ ਬਣੀ ਹੋਈ ਹੈ। ਆਪਣੇ ਘਰ ਦਾ ਸਭ ਨੂੰ ਪਤਾ ਕਿੱਥੇ ਹੈ, ਮੇਰਾ ਘਰ ਕਿਹੜੇ ਥਾਂ ਤੇ ਹੈ, ਸਟਰੀਟ ਨੰਬਰ ਕਿੰਨਾ ਹੈ, ਹਰ ਗੱਲ ਦਾ ਗਿਆਨ ਹੈ। ਮੇਰਾ ਦਫ਼ਤਰ ਕਿੱਥੇ ਹੈ, ਮੇਰਾ ਕਾਲਜ ਸਕੂਲ ਕਿੱਥੇ ਹੈ, ਏਅਰਪੋਰਟ ਕਿੱਥੇ ਹੈ, ਹਰ ਗੱਲ ਬਾਰੇ ਮਨੁੱਖ ਦੱਸ ਸਕਦਾ ਹੈ। ਪਰ ਜਿਹਨੂੰ ਪੁੱਛੇ ਅੰਦਰ,
ਅੰਦਰ ਖਾਲੀ ਨਾਮ ਬਿਨ, ਅੰਦਰ ਨਹੀਂ ਹੈ ਮੈਨੂੰ ਪਤਾ ਕੁਛ। ਸਤਿਗੁਰੂ ਕਹਿੰਦੇ ਅੰਦਰ ਦੀ ਜਿਹੜੀ ਵਿਧੀ ਹੈ ਨਾ, ਅੰਦਰ ਦੀ ਜੁਗਤੀ ਹੈ, ਅੰਦਰ ਦੀ ਸੋਝੀ ਹੈ, ਉਹ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਨਾਲ ਜੁੜੇ ਗੁਰੂ ਅਨੁਸਾਰੀ ਹੋ ਕੇ ਚੱਲਦੇ ਨੇ ਨਾ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਣ ਨਾਲ ਉਹਨਾਂ ਨੂੰ ਅੰਦਰਲੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਇੱਕ ਲਾਈਟ ਹੈ ਜਿਹੜੀ ਨਜ਼ਰ ਨਹੀਂ ਆਉਂਦੀ, ਪ੍ਰਕਾਸ਼ ਹੈ ਜਿਹੜਾ ਸਤਿਗੁਰੂ ਦੀ ਕਿਰਪਾ ਦੁਆਰਾ ਉਹਨੂੰ ਪ੍ਰਾਪਤ ਹੁੰਦਾ। ਗੁਰਮੁਖ ਪਾਈਐ ਅਲਖ ਅਪਾਰ, ਸੋ ਗੁਰਮੁਖ ਬਣ ਕੇ ਹੀ ਲਖਤਾ ਤੋਂ ਰਹਿਤ ਤੇ ਬੇਅੰਤ ਪ੍ਰਭੂ ਨੂੰ ਪਾ ਸਕੀਦਾ ਹੈ। ਗੁਰਮੁਖ ਪਾਈਐ ਅਲਖ ਅਪਾਰ, ਗੁਰਮੁਖ ਬਣ ਕੇ। ਤੇ ਗੁਰਮੁਖ ਦਾ ਸੌਖਾ ਤਰੀਕਾ ਦੱਸਿਆ ਕਿ ਜਿਹੜਾ ਗੁਰੂ ਦੇ ਅਨੁਸਾਰੀ ਹੈ। ਅਸੀਂ ਅੱਗੋਂ ਕਿੰਤੂ ਨਹੀਂ ਕਰਦੇ, ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੇ ਸਤਿਗੁਰੂ ਨੇ ਜਿਹੜਾ ਬਚਨ ਕਰਤਾ, ਭਾਈ ਆਹ ਕੰਮ ਕਰਨਾ, ਸਤ ਬਚਨ ਜੀ। ਸਿੱਖ ਦਾ ਕੰਮ ਹੈ ਜਦੋਂ ਸਤਿਗੁਰੂ ਦਾ ਬਚਨ ਹੁੰਦਾ ਹੋਵੇ ਉਦੋਂ ਮੂਹਰੋਂ ਨਹੀਂ ਆਪਣੀ ਵਿਚਾਰ ਦਈਦੀ, ਨਾ ਹੀ ਕਹੀਦਾ ਕਿ ਇਹ ਠੀਕ ਨਹੀਂ, ਇਹ ਗਲਤ ਹੈ, ਇਹ ਮੈਨੂੰ ਜਚਿਆ ਨਹੀਂ। ਨਹੀਂ, ਹੁਕਮ ਹੈ ਬਸ। ਜਦੋਂ ਹੁਕਮ ਹੋ ਗਿਆ ਉਹਦੇ ਅੱਗੇ ਕੋਈ ਵਿਚਾਰ ਨਹੀਂ, ਉਹ ਮੰਨ ਲੈਣਾ ਹੀ ਚੰਗਾ ਹੁੰਦਾ। ਅੱਜ ਦੇ ਯੁੱਗ ਵਿੱਚ ਨਾ ਕਾਮਯਾਬੀ ਸਾਡੀ ਕਿਉਂ ਹੋਈ, ਸਿੱਖੀ ਵਿੱਚ ਕਾਮਯਾਬੀ ਨਹੀਂ ਹੋ ਰਹੀ, ਉਹ ਇਸੇ ਕਰਕੇ ਕਿ ਅਸੀਂ ਪੜ੍ਹੇ ਲਿਖੇ ਹੋ ਗਏ, ਸਿਆਣੇ ਹੋ ਗਏ, ਤੇ ਅਸੀਂ ਅੱਗੋਂ ਉਸ ਗੱਲ ਉੱਤੇ ਤਰਕ ਕਰ ਦਿੰਦੇ ਹਾਂ ਕਿ ਇਹ ਸਤਿਗੁਰੂ ਜੀ ਇਹ ਕਿਉਂ, ਹੁਣ ਤਾਂ ਬੜੇ ਬੜੇ ਟੈਂਕ ਤੋਂ ਪਾ ਕੇ ਜੀ ਕਿਰਪਾਨ ਦੀ ਕੀ ਲੋੜ ਹੈ, ਹੁਣ ਕੰਘੇ ਦੀ ਕੀ ਲੋੜ ਹੈ, ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਸਾਰੀਆਂ। ਟਿਕੇ ਰਹੋ, ਹਲੇ ਸਾਲ 5 ਜਾਂ 10 ਹੋਰ ਲੰਘ ਲੈਣ ਦਿਓ, ਸਾਇੰਸ ਖੁਦ ਹੀ ਸਿੱਧ ਕਰੇਗੀ ਇਹਨਾਂ ਗੱਲਾਂ ਨੂੰ। ਜਿੰਨਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ, ਸਾਇੰਸ ਨੂੰ ਤਾਂ ਉਦੋਂ ਪਤਾ ਵੀ ਨਹੀਂ ਸੀ ਕਿ ਧਰਤੀ ਘੁੰਮਦੀ ਹੈ ਜਾਂ ਧਰਤੀ ਚੰਦਰਮਾ ਸਿਤਾਰੇ ਕੀ ਕਿਰਿਆ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ 'ਚ ਪਹਿਲਾਂ ਹੀ ਦੱਸ ਦਿੱਤਾ ਸੀ। ਪੰਗਤ ਦੀ ਜੁਗਤੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸ਼ੁਰੂ ਕੀਤੀ, ਗੁਰੂ ਅਮਰਦਾਸ ਦੇ ਰੂਪ ਵਿੱਚ ਵੀ ਸ਼ੁਰੂ ਕੀਤੀ ਹੈ, ਉਹਦਾ ਗਿਆਨ ਹੁਣ ਹੋ ਰਿਹਾ। ਕੇਸਾਂ ਦਾ ਗਿਆਨ ਵੀ ਹੁਣ ਹੋ ਰਿਹਾ, ਕੰਘੀ ਦਾ ਗਿਆਨ ਵੀ ਹੁਣ ਹੋ ਰਿਹਾ। ਕੰਘਾ ਜਿੰਨੀ ਸਿਰ ਦੇ ਵਿੱਚ ਸਾਡੇ ਕੇਸ ਨੇ, ਇਹਨਾਂ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਹਨੂੰ ਕੰਘਾ ਹੀ ਕੰਟਰੋਲ ਕਰਦਾ। ਸਾਰੀ ਸਾਇੰਸ ਹੈ ਔਰ ਬਹੁਤ ਹਾਈ ਕਲਾਸ। ਜਦੋਂ ਕਿ ਜਿਹਨੂੰ ਸਾਨੂੰ ਸੋਝੀ ਆਵੇਗੀ ਆਪਾਂ ਸਮਝਦੇ ਹਾਂ ਵੀ ਸਾਡੇ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ, ਸਾਇੰਸਦਾਨਾਂ ਨੂੰ ਜਾਂ ਉਹਨਾਂ ਨੂੰ ਜ਼ਿਆਦਾ ਪਤਾ। ਸੋ ਕਿਰਪਾਨ ਇਹਦਾ ਗਿਆਨ ਵੀ ਬਾਅਦ ਵਿੱਚ ਹੋਣਾ, ਹੌਲੀ ਹੌਲੀ ਸਾਰਿਆਂ ਨੂੰ ਫਿਰ ਆਪੇ ਪਾਉਣਗੇ। ਖੁਆਰ ਹੋਏ ਸਭ ਮਿਲਣਗੇ, ਥੋੜਾ ਚਿਰ ਰੁਕਣ ਦੀ ਲੋੜ ਹੈ, ਫਿਰ ਆਪਣੇ ਆਪ ਹੀ ਸਭ ਸਾਹਮਣੇ ਆ ਜਾਣਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਮੁਕਤ ਦੁਆਰ। ਸਤਿਗੁਰੂ ਫਰਮਾਉਂਦੇ ਗੁਰਮੁਖ ਬਣ ਕੇ ਮੁਕਤੀ ਦਾ ਘਰ ਜਿਹੜਾ ਦਰਵਾਜ਼ਾ ਹੈ ਗਿਆਨ, ਇਹਨੂੰ ਪ੍ਰਾਪਤ ਕਰ ਲਈਦਾ। ਤਾਂ ਤੇ ਸਤਿਗੁਰੂ ਮਹਾਰਾਜ ਸਿੱਧਾਂ ਨੂੰ ਅਤੇ ਸਾਨੂੰ ਹੁਣ ਇਹ ਉਪਦੇਸ਼ ਕਰ ਰਹੇ ਨੇ। ਆਓ ਅਗਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। 29ਵੀਂ ਪੌੜੀ। ਗੁਰਮੁਖ ਅਕਥ ਕਥੈ ਵਿਚਾਰ। ਗੁਰੂ ਅਨੁਸਾਰੀ ਜਿਹੜੇ ਸਿੱਖ ਨੇ ਉਹ ਗੁਰੂ ਸ਼ਬਦ ਵਿਚਾਰ ਦੁਆਰਾ ਅਕਥ ਜੋ ਵਾਹਿਗੁਰੂ ਹੈ ਨਾ ਉਹਦੇ ਗੁਣ ਕਥਦਾ ਹੈ। ਕਿਉਂਕਿ ਆਪਾਂ ਤੇ ਨਹੀਂ ਕਥਨ ਕਰ ਸਕਦੇ ਆਪਣੀ ਬੁੱਧੀ ਨਾਲ। ਜੇ ਸਾਡੀ ਆਪਣੀ ਬੁੱਧੀ ਹੀ ਕਥਨ ਕਰ ਸਕਦੀ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕੋਈ ਕਥਨ ਕਰ ਲੈਂਦਾ ਤਾਂ ਨਹੀਂ। ਅਸੀਂ ਧੁਰਕੀ ਬਾਣੀ ਦੇ ਰਾਹੀਂ ਹੀ ਅਕਾਲ ਪੁਰਖ ਨੂੰ, ਉਹਦੇ ਗੁਣਾਂ ਨੂੰ ਕਥਨ ਕਰ ਰਹੇ ਹਾਂ। ਜਿੰਨੇ ਗੁਣ ਜਾਪ ਸਾਹਿਬ 'ਚ ਮਹਾਰਾਜ ਨੇ ਕਥਨ ਕੀਤੇ ਨੇ, ਅਕਾਲ ਉਸਤਤ ਬਾਣੀ 'ਚ ਕਥਨ ਕੀਤੇ ਨੇ, ਆਪਾਂ ਕਿੱਥੋਂ ਕਰ ਸਕਦੇ ਹਾਂ? ਕਿੰਨੀ ਕੁ ਬੁੱਧੀ ਆਪਣੀ। ਫਿਰ ਨਾਲੇ ਆਪਾਂ ਸਤਿਗੁਰੂ ਤੋਂ ਤਾਂ ਕਿਤੇ ਛੋਟੇ ਆ ਨਾ, ਕਿਣਕਾ ਮਾਤਰੀਆਂ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਕਿਆ ਹਮ ਕਿਰਮ ਨਾਨ ਨਿਕ ਕੀਰੇ। ਅਸੀਂ ਤਾਂ ਐਵੇਂ ਕੀੜੇ ਮਕੌੜੇ ਆਪ ਦੇ ਸਾਹਮਣੇ, ਆਪ ਜੀ ਤੇ ਬਹੁਤ ਵੱਡੇ ਹੋ। ਕਈ ਲੋਕ ਕਹਿਣਗੇ ਇੱਥੇ ਮਨੁੱਖ ਨੂੰ ਗੁਰਬਾਣੀ ਦੇਵ ਜੀ ਥੱਲੇ ਲਾਤਾ, ਬਿਲਕੁਲ ਕੀੜਾ ਮਕੌੜਾ। ਆਮ ਤੌਰ ਤੇ ਉਹੀ ਮਨੁੱਖ ਜੋ ਕਿਸੇ ਬਹੁਤ ਅਮੀਰ ਬੰਦੇ ਦੇ ਸਾਹਮਣੇ ਜਾਂਦਾ ਹੈ, ਆਪਾਂ ਨੋਟ ਕਰਨੀ ਹੈ ਗੱਲ। ਕਿਸੇ ਬਹੁਤ ਵੱਡੇ ਬੰਦੇ ਅੱਗੇ ਜਾ ਕੇ ਕਹਿਣਗੇ ਅਸੀਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਤੁੱਛ ਜਿਹੇ ਹਾਂ ਜੀ, ਕੀੜੇ ਮਕੌੜੇ, ਸਾਡੇ ਕੋਲ ਕੀ ਹੈ, ਤੁਸੀਂ ਤੇ ਬਹੁਤ ਅਮੀਰ ਬੰਦੇ ਹੋ। ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਨੇ, ਸੋਝੀ ਵਾਲੇ ਨੇ। ਸਤਿਗੁਰੂ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਦੇਣ ਵਾਲੇ ਨੇ। ਸਤਿਗੁਰੂ ਦੇ ਅੱਗੇ ਤਾਂ ਸਾਡਾ ਕੀ, ਸਾਡੀ ਬੁੱਧੀ ਹੈ ਤੁੱਛ ਜੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ
ਗੁਰਮੁਖ ਨਿਭੈ ਸਹਿ ਪਰਿਵਾਰ। ਗੁਰੂ ਅਨੁਸਾਰ ਹੀ ਸਿੱਖ ਜਿਹੜਾ ਨਾ, ਉਹ ਪਰਿਵਾਰ ਵਿੱਚ ਰਹਿੰਦਿਆਂ ਹੀ ਜੀਵਨ ਬਾਜੀ ਚੋਂ ਪੁੱਗ ਜਾਂਦਾ ਹੈ। ਪਰਿਵਾਰ ਵਿੱਚ ਰਹਿੰਦਿਆਂ ਨਾਲ ਤਾਂ ਪਰਿਵਾਰ ਨੂੰ ਤਾਰ ਲੈਂਦਾ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਿਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਗੁਰਮੁਖ ਜਪੀਐ ਅੰਤਰ ਪਿਆਰ। ਹੁਣ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਜਿਹੜਾ ਸਿੱਖ ਜਾਣਦਾ ਹੈ ਕਿ ਗੁਰੂ ਰਾਹੀਂ ਹਿਰਦੇ ਵਿੱਚ ਪਿਆਰ ਨਾਲ ਵਾਹਿਗੁਰੂ ਨੂੰ ਜਪਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਬਚਨ ਕੀਤਾ ਨਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਸੱਚਾ ਜੋ ਸਾਹਿਬ ਮਾਲਕ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦੀ ਬੋਲੀ ਕੀ ਹੈ? ਭਾਖਿਆ ਭਾਉ ਅਪਾਰ। ਅਪਾਰ 12 ਵਾਰ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਨੂੰ ਜਿਹੜਾ ਭਾਖਿਆ ਉਚਾਰਨ ਕਰਨਾ ਹੈ, ਉਹ ਭਾਵ ਨਾਲ ਕਰਨਾ ਹੈ। ਪ੍ਰੇਮ ਨਾਲ ਤੁਸੀਂ ਕੁਝ ਵੀ ਕਹੀ ਜਾਓ, ਪ੍ਰੇਮ ਨਾਲ ਕਿਹਾ ਹੋਇਆ ਉਹ ਪ੍ਰਵਾਨ ਕਰ ਲੈਂਦਾ। ਕੋਈ ਰਾਮ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ। ਜਿਵੇਂ ਜ਼ਿਮੀਂਦਾਰ ਨੇ ਆੜਵੰਦ ਕਹਿ ਕੇ ਹੀ ਪ੍ਰਾਪਤੀ ਕਰ ਲਈ ਸੀ। ਪਰਮੇਸ਼ਰ ਤੱਕ ਆਪਾਂ ਜੇ ਵਿਚਾਰ ਕਰੀਏ ਤਾਂ ਬਹੁਤ ਹੀ ਦਿਆਲੂ, ਕਿਰਪਾਲੂ ਸੁਭਾਅ ਦੇ ਨੇ, ਸਾਰਿਆਂ ਨੂੰ ਇੱਕ ਜੈਸਾ ਪਿਆਰ ਕਰਨ ਵਾਲੇ ਨੇ। ਪਰਮੇਸ਼ਰ ਦੇ ਮਨ ਦੇ ਅੰਦਰ ਕਿਸੇ ਪ੍ਰਤੀ ਕੋਈ ਸਾਡੇ ਵਾਂਗੂ ਨਹੀਂ ਈਰਖਾ ਭਾਵਨਾ, ਉਹ ਤੇ ਸਾਰਿਆਂ ਨੂੰ ਆਪਣਾ ਹੀ ਸਮਝਦੇ ਨੇ। ਇਸ ਕਰਕੇ ਗੁਰੂ ਦੇ ਰਾਹੀਂ ਹਿਰਦੇ 'ਚ ਪਿਆਰ ਨਾਲ ਪ੍ਰਭੂ ਨੂੰ ਜਪਣਾ ਉਸੇ ਨੂੰ ਪਤਾ ਲੱਗਦਾ ਜਿਹੜਾ ਗੁਰੂ ਦੇ ਅਨੁਸਾਰ ਹੋ ਕੇ ਗੁਰਸਿੱਖ ਚੱਲਦਾ ਹੈ। ਗੁਰਮੁਖ ਪਾਈਐ ਸ਼ਬਦ ਆਚਾਰ। ਗੁਰੂ ਅਨੁਸਾਰੀ ਸਿੱਖ ਜਿੰਨੇ ਵੀ ਨੇ ਉਹ ਜਾਣਦੇ ਨੇ ਕਿ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਉੱਚੇ ਆਚਰਣ ਵਾਲੇ ਬਣ ਸਕੀਦਾ। ਜਦੋਂ ਸਾਡਾ ਗੁਰਬਾਣੀ ਦੇ ਨਾਲ ਜੋੜ ਮੇਲ ਹੋ ਗਿਆ, ਗੁਰਬਾਣੀ ਨੇ ਸਾਨੂੰ ਥੱਲੇ ਡਿੱਗਣ ਹੀ ਨਹੀਂ ਦੇਣਾ, ਕਿਉਂਕਿ ਗੁਰਬਾਣੀ ਸਾਡੇ ਵਿਚਾਰਾਂ ਨੂੰ ਉੱਤਮ ਵਿਚਾਰ ਬਣਾਉਂਦੀ ਹੈ। ਬਾਕੀ ਸੰਸਾਰ ਦੇ ਜਿਤਨੇ ਗਾਣੇ ਨੇ, ਨਾਵਲ ਨੇ, ਮੈਗਜ਼ੀਨ ਨੇ, ਸੰਸਾਰ ਦੇ ਵਿੱਚ ਫਿਲਮਾਂ ਨੇ, ਸੰਸਾਰ ਦੀਆਂ ਗੱਲਾਂ ਨੇ, ਤੁਸੀਂ ਦੇਖੋਗੇ ਕਿ ਸੰਸਾਰ ਦੇ ਜੀਵ ਨੀਵੇਂ ਪਾਸੇ ਨੂੰ ਜ਼ਿਆਦਾ ਜਾਂਦੇ ਨੇ। ਹਮੇਸ਼ਾ ਨੀਚ ਗੱਲ ਕਰਨੀ, ਘਟੀਆ ਗੱਲਾਂ ਕਰਨੀਆਂ, ਜਿੱਥੇ ਦੋ ਜਾਣੇ ਖੜ ਗਏ ਉੱਥੇ ਹੋਰ ਹੀ ਪੁੱਠੀਆਂ ਗੱਲਾਂ ਕਰਨੀਆਂ। ਇਸੇ ਕਰਕੇ ਸਤ ਸੰਗਤ ਨੂੰ ਵੱਡਾ ਕਿਹਾ ਹੈ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਤ ਸੰਗਤ ਮਿਲੇ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਤਾਈਓ ਆਮ ਲੋਕਾਂ ਦੀ ਸੰਗਤ ਕਰਕੇ ਇੰਨਾ ਪਤਾ ਨਹੀਂ ਚੱਲਦਾ, ਜਿੰਨਾ ਸੰਗਤ ਵਿੱਚ ਬਹਿ ਕੇ ਬਿਰਤੀਆਂ ਉੱਚੀਆਂ ਉੱਠ ਜਾਂਦੀਆਂ ਨੇ। ਜਿਵੇਂ ਖੇਤਾਂ ਦੇ ਵਿੱਚ ਕੋਈ ਵੇਲ ਉੱਗ ਗਈ, ਕੋਈ ਬੀਜ ਡਿੱਗਿਆ, ਵੇਲ ਵੱਡੀ ਹੋ ਗਈ ਥੋੜੀ ਜੀ, ਤੇ ਲਾਗੇ ਇੱਕ ਟੋਆ ਸੀ ਡੂੰਘਾ, ਖੱਡਾ ਪੱਟਿਆ ਸੀ, ਉਹ ਖੱਡੇ ਵਿੱਚ ਜਾ ਵੜੀ ਕਿਉਂਕਿ ਖੱਡੇ ਦੀ ਸੰਗਤ ਹੋ ਗਈ। ਦੂਸਰੀ ਵੇਲ ਨੂੰ ਸੰਗਤ ਹੋ ਗਈ ਇੱਕ ਬਹੁਤ ਉੱਚੇ ਦਰਖਤ ਦੀ, ਉਹ ਉਸ ਦਰਖਤ ਦੇ ਨਾਲ ਲੱਗ ਕੇ ਉੱਪਰ ਤਾਹਾਂ ਤੱਕ ਚਲੀ ਗਈ। ਇੱਕ ਵੇਲ ਦੇ ਲਾਗੇ ਕੁਝ ਵੀ ਨਹੀਂ, ਪੈਰਲਲ ਥਾਂ ਹੈ, ਉਹ ਪੈਰਲਲ ਹੀ ਰਹਿ ਗਈ। ਸੋ ਇਸੇ ਤਰ੍ਹਾਂ ਹਰ ਮਨੁੱਖ ਦੁਨੀਆ ਅੰਦਰ ਜਨਮ ਲੈਂਦਾ ਹੈ। ਕੁਸੰਗੀਆਂ ਦੀ ਸੰਗਤ ਹੋਣ ਨਾਲ ਕਈ ਤਾਂ ਡੂੰਘੇ ਟੋਏ ਵਾਂਗੂ ਥੱਲੇ ਨੂੰ ਹੀ ਚਲੇ ਜਾਂਦੇ ਨੇ, ਨੀਚ ਹਰਕਤਾਂ ਵਾਲੇ ਬਣ ਜਾਂਦੇ ਨੇ। ਕਈ ਪੈਰਲਲ ਜਿਹੀ ਰਹਿ ਜਾਂਦੇ ਨੇ, ਬਸ ਰੋਟੀ ਕਮਾਈ, ਖਾਈ, ਸੌਂ ਲਿਆ, ਖਾ ਲਿਆ, ਚਲੋ ਜ਼ਿੰਦਗੀ ਬਤੀਤ ਹੋ ਗਈ। ਇੱਕ ਉਹ ਨੇ ਜਿਨ੍ਹਾਂ ਨੂੰ ਸਤ ਸੰਗਤ ਦਾ ਉੱਚਾ ਸਾਰਾ ਦਰਖਤ, ਕੋਈ ਬ੍ਰਹਮ ਗਿਆਨੀ ਨਾਮ ਰਸੀਆ ਮਿਲ ਗਿਆ, ਕੋਈ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ, ਆਤਮਿਕ ਸੋਝੀ ਦਿੱਤੀ, ਗੁਰਮੁਖ ਬਣਾਇਆ, ਸੇਵਾ ਵਿੱਚ ਲਾਇਆ, ਸਿਮਰਨ ਕਰਵਾਇਆ, ਤੇ ਉਹ ਆਤਮਿਕ ਮੰਡਲ ਚਲੇ ਜਾਂਦੇ ਨੇ ਉੱਪਰ, ਆਤਮਿਕ ਸੋਝੀ ਵਾਲੇ ਬਣ ਜਾਂਦੇ ਨੇ। ਉਸੇ ਦਾ ਨਾਮ ਹੀ ਆਪਾਂ ਕਹਿੰਦੇ ਆ ਮਹਾਂਪੁਰਖ। ਇੱਕ ਸਧਾਰਨ ਪੁਰਖ ਨੇ ਪੈਰਲਲ ਬੇਲ ਵਾਂਗੂ, ਇੱਕ ਨੀਚ ਪੁਰਖ ਨੇ ਜਿਹੜੇ ਟੋਏ 'ਚ ਚਲੇ ਗਏ। ਨਾਨਕ ਨੀਚ ਕਹੈ ਵਿਚਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਇਹ ਸਾਰੇ ਨੀਚ ਨੇ। ਇੱਕ ਉਹ ਨੇ ਜਿਹੜੇ ਸੰਸਾਰ ਦੇ ਅੰਦਰ ਸਧਾਰਨ ਪੁਰਖ, ਇੱਕ ਨੀਚ ਪੁਰਖ, ਇੱਕ ਹੋ ਗਏ ਉੱਤਮ ਪੁਰਖ, ਮਹਾਂਪੁਰਖ। ਉਹ ਜਿਹੜੇ ਸਤ ਸੰਗਤ ਕਰਦੇ ਨੇ, ਜਿਨ੍ਹਾਂ ਨੂੰ ਬਚਪਨ ਤੋਂ ਮਾਤਾ ਪਿਤਾ ਚੰਗੇ ਮਿਲੇ ਨੇ, ਜਿਨ੍ਹਾਂ ਨੂੰ ਸਾਧ ਸੰਗਤ ਮਿਲੀ ਹੈ, ਜਿਨ੍ਹਾਂ ਨੂੰ ਸੋਝੀ ਹੋ ਗਈ ਹੈ, ਮਹਾਰਾਜ ਕਹਿੰਦੇ ਉਹ ਉੱਚੇ ਆਚਰਣ ਵਾਲੇ ਬਣ ਜਾਂਦੇ ਨੇ। ਸ਼ਬਦ ਭੇਦ ਜਾਣੈ ਜਾਣ ਆਈ,
ਉਹ ਜਿਹੜੇ ਗੁਰੂ ਕੀ ਆਗਿਆ ਵਿੱਚ ਗੁਰੂ ਸਾਹਿਬ ਦੇ ਅਨੁਸਾਰੀ ਸਨਮੁਖ ਸਿੱਖ ਚੱਲਦੇ ਨੇ ਨਾ, ਅਨੁਸਾਰੀ ਸਿੱਖ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਦੁਆਰਾ ਆਪਣਾ ਮਨ ਵਿੰਨ ਕੇ ਪ੍ਰਭੂ ਨੂੰ ਜਾਣ ਲੈਂਦੇ ਨੇ ਅਤੇ ਸ਼ਬਦ ਭੇਦ ਜਾਣੈ। ਫਿਰ ਅੱਗੇ ਕਹਿੰਦੇ ਜਾਣ ਆਈ, ਜੱਜੇ ਨੂੰ ਕੰਨਾ ਵੀ ਹੈ, ਨਾਣੇ ਨੂੰ ਕੰਨਾ, ਇਹ ਧਿਆਨ ਰੱਖਣਾ, ਜਾਣ ਆਈ। ਤੇ ਹੋਰਨਾਂ ਦੀ ਪ੍ਰਭੂ ਨਾਲ ਜਾਣ ਪਛਾਣ ਕਰਵਾ ਵੀ ਦਿੰਦੇ ਨੇ। ਇਹ ਬੜੀ ਇੱਕ ਚੰਗੀ ਗੱਲ ਹੈ ਕਿ ਜਦੋਂ ਪ੍ਰਭੂ ਕਿਸੇ ਨੂੰ ਮਿਲਦੇ ਨੇ ਤਾਂ ਉਹ ਪ੍ਰਭੂ ਦਾ ਪ੍ਰਚਾਰ ਕਰਦਾ ਦੁਨੀਆ 'ਚ, ਉਹ ਪਰਮੇਸ਼ਰ ਦਾ ਪ੍ਰਚਾਰ ਕਰਦਾ। ਉਹ ਕਹਿੰਦਾ ਦੁਨੀਆ ਨੂੰ ਹੈ ਵਾਹਿਗੁਰੂ ਹੈ। ਆਪਣੀਆਂ ਇਹਨਾਂ ਅੱਖਾਂ ਨਾਲ ਮੈਂ ਤੱਕਿਆ ਉਸ ਨੂੰ, ਉਹਦੇ ਪ੍ਰਕਾਸ਼ ਨੂੰ। ਫਿਰ ਦੁਨੀਆ ਨੂੰ ਯਕੀਨ ਦਿਵਾਉਂਦੇ ਨੇ, ਆਓ ਮੈਂ ਤੁਹਾਨੂੰ ਦਿਖਾਵਾਂ ਵਾਹਿਗੁਰੂ ਜਰਰੇ ਜਰਰੇ 'ਚ ਹੈ, ਪੱਤੇ ਪੱਤੇ 'ਚ ਹੈ, ਦਿਲਾਂ ਦਿਲਾਂ 'ਚ ਹੈ। ਇਸ ਕਰਕੇ ਗੁਰਮੁਖ ਜਾਣ ਪਛਾਣ ਕਰਵਾ ਦਿੰਦੇ ਨੇ ਦੂਜਿਆਂ ਦੀ ਵੀ। ਨਾਨਕ ਹਉਮੈ ਜਾਲ ਸਮਾਈ। ਹੁਣ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਸਤਿਗੁਰੂ ਦੇ ਅਨੁਸਾਰ ਸਿੱਖ ਚੱਲਦੇ ਨੇ ਨਾ, ਉਹ ਇਹ ਜਾਣ ਲੈਂਦੇ ਨੇ ਕਿ ਹਉਮੈ ਸਾੜ ਕੇ ਫੇਰ ਹੀ ਹਰੀ ਵਿੱਚ ਸਮਾਇਆ ਜਾਂਦਾ। ਜਦੋਂ ਤੱਕ ਮੇਰੇ ਅੰਦਰ ਹਉਮੈ ਹੈ ਉਦੋਂ ਤੱਕ ਮੈਂ ਹਰੀ ਵਿੱਚ ਨਹੀਂ ਸਮਾ ਸਕਦਾ। ਉਹ ਆਪਣੇ ਅੰਦਰੋਂ ਹਉਮੈ ਨੂੰ ਸ਼ਬਦ ਦੁਆਰਾ ਸਾੜ ਕੇ ਖਤਮ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਕੇ ਇੱਕ ਰਸ ਬੈਠ ਜਾਂਦੇ ਨੇ। ਹਉਮੈ ਦੀ ਨਿਵਰਤੀ ਮਨੁੱਖ ਵਿੱਚੋਂ ਹੀ ਕਰਨੀ ਪੈਂਦੀ ਹੈ। ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਸਾਡੇ ਵਿੱਚ ਆ ਜਾਂਦੀ ਸੁਭਾਵਕ ਹੀ, ਵਿੱਚ ਧਾਤੂ ਪੰਚ ਆਪ ਪਾਵੈ। ਇਹ ਸਾਡੇ 'ਚ ਪਾਈਆਂ ਹੋਈਆਂ ਨੇ ਚੀਜ਼ਾਂ, ਪਰ ਕੱਢਣੀਆਂ ਵੀ ਉਹਨਾਂ ਨੇ। ਸਤਿਗੁਰੂ ਦੇ ਵਿੱਚ ਦੇਖੋ, 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਰੂਪ 10ਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਰੇ ਸਰੂਪਾਂ ਵਿੱਚ ਅਕਾਲ ਪੁਰਖ ਵਿੱਚ ਕੀ ਨਹੀਂ, ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ। ਕੁਛ ਵੀ ਨਹੀਂ ਉੱਥੇ। ਜਦੋਂ ਸਤਿਗੁਰੂ ਵਿੱਚ ਹੰਗਤਾ ਹੈ ਹੀ ਨਹੀਂ ਤਾਂ ਅਸੀਂ ਉਹਨਾਂ ਦੇ ਮੂਹਰੇ ਜਦੋਂ ਝੁਕਦੇ ਹਾਂ ਤਾਂ ਸਾਡੇ ਵਿੱਚ ਵੀ ਨਿਮਰਤਾ ਆ ਜਾਂਦੀ, ਸਾਡੀ ਹੰਗਤਾ ਦੂਰ ਹੋ ਜਾਂਦੀ। ਇਸੇ ਕਰਕੇ ਕਿਹਾ ਕਿ ਸੰਗਤ ਦੇ ਜੋੜੇ ਝਾੜੋ, ਝੂਠੇ ਬਰਤਨ ਮਾਂਜੋ, ਕਿਉਂ ਲੰਗਰ ਵਰਤਾਓ, ਨਿਮਰਤਾ ਆਉਂਦੀ ਹੈ। ਗੁਰਮੁਖ ਧਰਤੀ ਸਾਚੈ ਸਾਜੀ। ਜਿਹੜੇ ਸਤਿਗੁਰੂ ਅਨੁਸਾਰ ਸਿੱਖ ਚੱਲਦੇ ਨੇ ਉਹ ਇਹ ਜਾਣਦੇ ਨੇ ਕਿ ਸੱਚੇ ਹਰੀ ਨੇ ਸਮੂਹ ਜੀਆਂ ਲਈ ਇਹ ਧਰਤੀ ਬਣਾਈ ਹੈ। ਸਾਰਿਆਂ ਦੀ ਸਾਂਝੀ ਧਰਤੀ ਹੈ, ਸਾਰਿਆਂ ਨੂੰ ਰਹਿਣ ਨੂੰ ਥਾਂ ਦਿੱਤੀ ਹੈ। ਤਿਸਮਹਿ ਓਪਤ ਖਪਤ ਸੋ ਬਾਜੀ। ਉਹ ਵਿਸ਼ਵ ਰੂਪ ਧਰਤੀ ਵਿੱਚ ਜੀਵ ਦੀ ਉਤਪਤੀ ਅਤੇ ਨਾਸ਼ਮਾਨਤਾ ਉਸ ਦੀ ਇੱਕ ਖੇਡ ਹੈ। ਉਹ ਇਸੇ ਧਰਤੀ ਦੇ ਉੱਤੇ ਹੀ ਸਾਡੀ ਪੈਦਾਇਸ਼ ਹੁੰਦੀ ਹੈ, ਇਸੇ ਉੱਤੇ ਅਸੀਂ ਖਤਮ ਹੋ ਜਾਂਦੇ ਹਾਂ। ਇਹ ਇੱਕ ਵਾਹਿਗੁਰੂ ਖੇਡ ਖੇਡ ਰਹੇ ਨੇ, ਜੀਵਾਂ ਨੂੰ ਬਣਾ ਦਿੰਦੇ ਨੇ, ਪਾਲਦੇ ਵੀ ਨੇ, ਖਤਮ ਵੀ ਉਹੀ ਕਰਦੇ ਨੇ। ਪਰ ਇਹਦੇ ਵਿੱਚ ਆ ਕੇ ਜਿਹੜੇ ਜੀਵਾਂ ਨੂੰ ਸ਼ਬਦ ਦਾ ਗਿਆਨ ਹੋ ਜਾਂਦਾ ਹੈ, ਗੁਰ ਕੈ ਸ਼ਬਦ ਰਪੈ ਰੰਗ ਲਾਏ। ਜਦੋਂ ਜੀਵ ਸਤਿਗੁਰੂ ਦੇ ਸ਼ਬਦ ਨਾਲ ਪ੍ਰੇਮ ਲਾ ਕੇ ਨਾਮ ਰੰਗ ਨਾਲ ਰੰਗਿਆ ਜਾਂਦਾ ਨਾ, ਉਦੋਂ ਉਹ ਸੱਚੇ ਨਾਮ ਦੇ ਵਿੱਚ ਜੁੜ ਜਾਂਦਾ। ਜਦੋਂ ਕਿਉਂਕਿ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹਨ। ਦੇਖ ਲਓ ਬਈ, ਹਰ ਇੱਕ ਇਨਸਾਨ, ਕੋਈ ਅਨਪੜ੍ਹ, ਕੋਈ ਪੜ੍ਹਿਆ ਲਿਖਿਆ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਭਗਤ ਹੈ, ਕੋਈ ਚੋਰ ਹੀ ਬਣੇ ਫਿਰਦੇ, ਕੋਈ ਡਾਕੂ ਹੀ ਬਣੇ ਫਿਰਦੇ ਨੇ, ਕੋਈ ਪੁੱਠੇ ਹੀ ਕੰਮ ਕਰੀ ਜਾਂਦੇ ਨੇ, ਕੋਈ ਸਿੱਧੇ ਕਰੀ ਜਾਂਦੇ ਨੇ, ਕੋਈ ਮਿੱਠੇ ਬੋਲਣ ਵਾਲੇ, ਕੋਈ ਕੌੜੇ ਬੋਲਣ ਵਾਲੇ ਨੇ, ਕੋਈ ਈਰਖਾ ਦੇ ਭਰੇ ਪਏ ਨੇ, ਕੋਈ ਨਿੰਦਕ ਹੋਏ ਫਿਰਦੇ ਨੇ, ਕੋਈ ਦਿਆਲਤਾ 'ਚ ਹੀ ਰਹਿੰਦੇ ਨੇ। ਸਾਰੀ ਸ੍ਰਿਸ਼ਟੀ ਵੱਖੋ ਵੱਖਰੀ ਹੈ, ਪਰ ਇਸ ਸ੍ਰਿਸ਼ਟੀ ਵਿੱਚ ਕਿਸੇ ਕਿਸੇ ਨੂੰ ਨਾਮ ਰੰਗ ਦਾ ਗਿਆਨ ਹੋ ਗਿਆ, ਸਤਿਗੁਰਾਂ ਦੇ ਨਾਲ ਮਿਲ ਕੇ ਸ਼ਬਦ ਨਾਲ ਪ੍ਰੇਮ ਲੱਗ ਗਿਆ। ਸਾਚ ਰਤਾਓ ਪਤਸਿਓਂ ਘਰ ਜਾਏ। ਉਹ ਸੱਚ ਵਿੱਚ ਰਤਿਆ ਹੋਇਆ ਦਰਗਾਹ ਵਿੱਚ ਆਦਰ ਪਾਉਂਦਾ ਹੈ, ਕਿਉਂਕਿ ਉਹ ਸੱਚ ਵਿੱਚ ਰੱਤਾ ਹੋਇਆ ਇੱਜ਼ਤ ਨਾਲ ਰੱਬੀ ਘਰ ਵਿੱਚ ਪਹੁੰਚ ਜਾਂਦਾ, ਭਾਵ ਸੱਚਖੰਡ ਵਿੱਚ ਚਲਿਆ ਜਾਂਦਾ ਹੈ, ਉਹ ਪ੍ਰਾਪਤੀ ਕਰ ਲੈਂਦਾ ਹੈ। ਪਰ ਇੱਕ ਐਸੇ ਵੀ ਨੇ ਜਿਹੜੇ ਸੱਚੇ ਸ਼ਬਦ ਨੂੰ ਪਸੰਦ ਹੀ ਨਹੀਂ ਕਰਦੇ, ਚੰਗਾ ਨਹੀਂ ਮੰਨਦੇ, ਕਹਿੰਦੇ ਕੀ ਰੱਖਿਆ ਗੁਰਬਾਣੀ, ਕੀ ਰੱਖਿਆ ਸ਼ਬਦਾਂ 'ਚ। ਉਹ ਵੀ ਵਾਹਿਗੁਰੂ ਨੇ ਆਪ ਹੀ ਭੁਲਾਏ ਹੋਏ ਨੇ। ਆਪਾਂ ਬੇਸ਼ੱਕ ਜ਼ੋਰ ਲਾ ਲਈਏ ਕਿ ਆਓ ਭਾਈ ਇੱਧਰ ਆ ਜਾਓ, ਨਹੀਂ, ਉਹਨਾਂ ਨੂੰ ਚੰਗਾ ਹੀ ਨਹੀਂ ਲੱਗਣਾ ਇਹ ਪਾਸਾ, ਕਿਉਂਕਿ ਉਹਨਾਂ ਅੰਦਰ ਜਿਸ ਤਰ੍ਹਾਂ ਕੰਪਿਊਟਰ ਵਿੱਚ ਆਪਾਂ ਕੋਈ ਚੀਜ਼ ਫੀਡ ਪਹਿਲਾਂ ਤੋਂ ਹੀ ਕੀਤੀ ਹੁੰਦੀ ਹੈ, ਇਸੇ ਤਰ੍ਹਾਂ ਹੀ ਵਾਹਿਗੁਰੂ ਨੇ ਉਹਨਾਂ ਅੰਦਰ ਫੀਡ ਜਿਹੜੀ ਚੀਜ਼ ਕਰਤੀ ਬਸ ਉਹੀ ਰਹਿੰਦੀ ਹੈ। ਹਾਂ, ਕਿਰਪਾ ਹੋ ਜੇ, ਕਿਤੇ ਉਹਦੀ ਦਇਆ ਹੋ ਜੇ, ਉਹਦੀ ਫਲੋਪੀ 'ਚ ਕੁਝ ਹੋਰ ਪਾ ਦੇਣ ਸਤਿਗੁਰੂ, ਤਾਂ ਵੱਖਰੀ ਗੱਲ ਹੈ। ਨਹੀਂ ਤੇ ਉਹ ਮਨੁੱਖ
ਬਾਣੀ ਵਾਲੇ ਪਾਸੇ ਚੱਲ ਕੇ ਰਾਜੀ ਨਹੀਂ। ਮਹਾਰਾਜ ਕਹਿੰਦੇ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਜਦੋਂ ਸੱਚ ਵਿੱਚ ਨਹੀਂ ਰੰਗਿਆ ਜਾਂਦਾ ਤਾਂ ਇਹਦੇ ਨਾਲ ਕੀ ਹੁੰਦਾ, ਉਹ ਫਿਰ ਉਹਦੀ ਇੱਜ਼ਤ ਨਹੀਂ ਹੁੰਦੀ। ਸੱਚੇ ਸ਼ਬਦ ਤੋਂ ਬਿਨਾਂ ਕੋਈ ਮਨੁੱਖ ਰੱਬ ਦੀ ਦਰਗਾਹ ਵਿੱਚ ਆਦਰ ਸਤਿਕਾਰ ਮਾਣ ਪ੍ਰਾਪਤ ਨਹੀਂ ਕਰ ਸਕਦਾ ਹੈ। ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ। ਸਤਿਗੁਰੂ ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕਿਵੇਂ ਕੋਈ ਸੱਚੇ ਵਾਹਿਗੁਰੂ ਵਿੱਚ ਸਮਾ ਸਕਦਾ, ਭਾਵ ਲੀਨ ਨਹੀਂ ਹੋ ਸਕਦਾ, ਕਿਉਂਕਿ ਨਾਮ ਹੀ ਇੱਕ ਰਸਤਾ ਹੈ ਨਾਮੀ ਤੱਕ ਪਹੁੰਚਣ ਦਾ। ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨ ਹੂੰ, ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੁਆਰਾ ਹੀ ਆਪਾਂ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ। ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਵਿਧੀ ਪੂਰਵਕ ਹੁੰਦੀ ਹੈ। ਵਿਧੀ ਪੂਰਵਕ ਭਾਵ ਪ੍ਰੋਪਰ ਚੈਨਲ ਜਿਹੜਾ ਹੈ। ਸੋ ਜਿਨ੍ਹਾਂ ਨੂੰ ਸੋਝੀ ਹੋ ਗਈ ਉਹ ਚੱਲ ਪਏ ਉਸ ਦੇ ਰਸਤੇ ਉੱਤੇ। 31ਵੀਂ ਪੌੜੀ ਵਿੱਚ ਬਖਸ਼ਿਸ਼ ਅੱਗੇ ਕਰਦੇ ਨੇ, ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਗੁਰਮੁਖ ਬਣਨ ਨਾਲ 8 ਸਿੱਧੀਆਂ ਅਤੇ ਸਾਰੀਆਂ ਬੁੱਧੀਆਂ ਪ੍ਰਾਪਤ ਹੋ ਜਾਂਦੀਆਂ ਜੀਵ ਨੂੰ। ਇਹ ਜਿਹੜੀਆਂ ਅਸ਼ਟ ਸਿੱਧੀਆਂ ਕਈ ਵਾਰ ਕਥਨ ਵੀ ਕੀਤੀਆਂ ਨੇ, ਫਿਰ 9 ਨਿੱਧੀਆਂ, ਇਹ ਸਾਰੇ ਵੀ ਪੁੱਛ ਲੈਂਦੇ ਨੇ ਕਿ ਰਿੱਧੀ ਕੀ ਹੁੰਦੀ ਹੈ, ਸਿੱਧੀ ਕੀ ਹੁੰਦੀ ਹੈ, ਨਿੱਧੀ ਕੀ ਹੁੰਦੀ ਹੈ, ਕੀ ਸ਼ਕਤੀਆਂ ਨੇ। ਰਿੱਧ ਹੁੰਦੀ ਹੈ ਅੰਨ ਦੀ ਤੋਟ ਨਾ ਆਉਣੀ। ਜਿੰਨਾ ਮਰਜ਼ੀ ਭੰਡਾਰੇ ਵਰਤਾਈ ਜਾਓ, ਅੰਨ ਨਹੀਂ ਮੁੱਕਦਾ ਜਦੋਂ ਇਹ ਸ਼ਕਤੀ ਆ ਜਾਂਦੀ ਹੈ। ਸੋ 9 ਨਿੱਧੀਆਂ ਜਿਹੜੀਆਂ ਨੇ ਉਹਦੇ ਵਿੱਚ ਆਉਂਦਾ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਆਦਿਕ ਸਭ ਆ ਜਾਂਦੇ ਨੇ। ਸੋ ਇਸ ਪ੍ਰਕਾਰ ਜਿਹੜੀਆਂ ਸਿੱਧੀਆਂ ਮੁੱਖ 8 18 ਵੈਸੇ ਸਿੱਧੀਆਂ ਸਾਰੀਆਂ ਅਣਮਾਂ ਮਹਿਮਾਂ ਗੁਰਮਾਂ ਲਗਮਾਂ ਸਾਰੀਆਂ ਨਾਮ ਨੇ। ਇਹਨਾਂ ਦੇ ਵੱਡੇ ਹੋ ਜਾਣਾ, ਛੋਟੇ ਹੋ ਜਾਣਾ, ਉੱਡ ਜਾਣਾ, ਦੂਰ ਦੀ ਗੱਲ ਸੁਣ ਲੈਣੀ, ਇੱਥੋਂ ਬੈਠੇ ਹੀ ਸਭ ਕੁਝ ਦੇਖ ਲੈਣਾ, ਬਹੁਤ ਕੁਛ ਹੈ ਇਹਦੇ 'ਚ। ਪਰ ਇਹ ਬਹੁਤ ਭਗਤੀ ਵਾਲਿਆਂ ਨੂੰ, ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦੀਆਂ ਇਹ ਚੀਜ਼ਾਂ। ਸਾਰ ਪ੍ਰਕਾਰ ਦੀ ਬੁੱਧੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਹ ਸਾਰਾ ਕੁਝ ਗੁਰੂ ਸਾਹਿਬ ਦੇ ਅਨੁਸਾਰ ਹੀ ਰਹਿਣ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਪੰਡਤਾਂ ਨੇ ਜਦੋਂ ਮੁਕੱਦਮਾ ਕਰ ਦਿੱਤਾ ਸੀ ਲਾਹੌਰ ਤੀਜੇ ਪਾਤਸ਼ਾਹ ਵੇਲੇ ਵੀ ਇਹਨਾਂ ਨੇ ਵੱਖਰਾ ਹੀ ਬਾਣੀ ਰਚ ਲਈ, ਵੱਖਰਾ ਹੀ ਬੌਲੀ ਸਾਹਿਬ ਬਣਾ ਲਿਆ। ਉਸ ਮੁਕੱਦਮੇ ਦੀ ਤਰੀਕ ਤੇ ਚੌਥੇ ਪਾਤਸ਼ਾਹ ਜੀ ਨੇ ਜਾਣਾ ਸੀ। ਸਤਿਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਨੂੰ ਤਾਂ ਵੇਦਾਂ ਦਾ, ਸ਼ਾਸਤਰਾਂ ਦਾ ਕਦੇ ਗਿਆਨ ਨਹੀਂ, ਮੈਂ ਪੜ੍ਹੇ ਹੀ ਨਹੀਂ। ਉਹ ਗੁਰੂ ਅਮਰਦਾਸ ਜੀ ਨੇ ਇਹ ਸਾਖੀ ਸਾਡੇ ਲਈ ਬਣਾਈ ਹੈ, ਪਰ ਮੈਂ ਨਹੀਂ ਮੰਨਦਾ ਕਿ ਸਤਿਗੁਰੂ ਨੂੰ ਗਿਆਨ ਨਹੀਂ ਸੀ। ਸਤਿਗੁਰੂ ਨੂੰ ਗਿਆਨ ਸੀ ਸਾਰਾ। ਸਾਖੀ ਸਾਡੇ ਲਈ ਬਣਦੀ ਹੈ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਮੂਲ ਮੰਤਰ ਦੇ 5 ਪਾਠ ਕਰ ਲੈਣਾ, ਸਾਰਾ ਕੁਝ ਤੁਹਾਡੇ ਕੋਲ ਆ ਕੇ ਖੜਾ ਹੋ ਜਾਵੇਗਾ, ਜੋ ਮਰਜ਼ੀ ਜਵਾਬ ਦੇਣਾ। ਉਹ ਤਾਂ ਸਾਨੂੰ ਇੱਕ ਜਣਾਉਣਾ ਸੀ ਕਿ ਮੂਲ ਮੰਤਰ ਦੇ ਅਧੀਨ ਹੀ ਸਾਰਾ ਕੁਝ ਹੈ, ਗੁਰਬਾਣੀ ਦੇ ਅਧੀਨ ਹੀ ਸਾਰਾ ਕੁਝ ਹੈ। ਆਓ ਜੇ ਦੇਖਣਾ, ਕਰੋ ਰੋਜ਼ ਮੂਲ ਮੰਤਰ ਦੀਆਂ 11 ਮਾਲਾ, ਕੋਈ 20 ਮਾਲਾ, ਕੋਈ 30 ਮਾਲਾ, ਕੋਈ 40 ਮਾਲਾ ਕਰਕੇ ਦੇਖੋ। ਸਾਲ 2 ਸਾਲ ਲੱਗੇ ਰਹੋ। ਗੁਰਬਾਣੀ ਦੇ ਵਿੱਚ ਇੱਕਦਮ ਪ੍ਰਾਪਤੀ ਨਹੀਂ। ਆ ਛੋਟੀਆਂ ਛੋਟੀਆਂ ਕਰਾਮਾਤਾਂ 40-40 ਦਿਨ 'ਚ ਮਿਲ ਜਾਂਦੀਆਂ ਨੇ। ਗੁਰਬਾਣੀ ਤਾਂ ਪਹਿਲਾਂ ਪਿਛਲੇ ਜਨਮਾਂ ਦੇ ਸਾਰੇ ਪਾਪ ਮੇਟਦੀ ਹੈ, ਫਿਰ ਇਸ ਜਨਮ ਦੇ ਪਾਪ ਮੇਟਦੀ ਹੈ, ਫਿਰ ਹੌਲੀ ਹੌਲੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਸਾਲ 2 ਸਾਲ 3 ਸਾਲ ਲਗਾਤਾਰ ਲੱਗੇ ਰਹੋ। ਇੱਕ ਵਾਰ ਥੋੜਾ ਔਖੇ ਹੋਣਾ ਪੈਂਦਾ, ਫਿਰ ਬਾਅਦ ਵਿੱਚ ਇੰਨਾ ਕੁਝ ਮਿਲ ਜਾਣਾ, ਸੰਭਾਲਿਆ ਹੀ ਨਹੀਂ ਜਾਣਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਨਾ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਗੁਰਮੁਖ ਭਵਜਲ ਤਰੀਐ ਸੱਚ ਸੁਧੀ। ਗੁਰਮੁਖ ਬਣਨ ਨਾਲ ਸੱਚੀ ਸੂਝ ਪ੍ਰਾਪਤ ਕਰਕੇ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਉਹਨਾਂ ਨੂੰ ਸੁੱਧਤਾਈ ਹੁੰਦੀ ਹੈ, ਸੁੱਚਮਤਾ ਮਿਲ ਜਾਂਦੀ ਹੈ ਔਰ ਸੁੱਧੀ ਹੋ ਜਾਂਦੀ ਹੈ। ਉਹਨਾਂ ਦੀ ਸਰੀਰ ਪਵਿੱਤਰ ਹੋ ਜਾਂਦਾ। ਲੋਕੀ ਜਿੱਥੋਂ ਗੁਰਮੁਖ ਚਰਨ ਰੱਖ ਦੇਣ, ਉੱਥੋਂ ਚਰਨ ਧੂੜੀ ਲੈ ਕੇ ਮਸਤਕ ਨੂੰ ਤਾਈਆਂ ਲਾਉਂਦੇ ਨੇ, ਹੋਰ ਨਹੀਂ ਕਿਸੇ ਦੀ ਲਾਉਂਦੇ, ਕਿਉਂਕਿ ਉੱਥੇ ਪਵਿੱਤਰਤਾ ਹੋ ਜਾਂਦੀ ਹੈ। ਗੁਰਮੁਖ ਸਰ ਆਪਸਰ ਵਿਦ ਜਾਣੈ। ਜਿਹੜੇ ਗੁਰਮੁਖ ਜੀਵ ਨੇ ਨਾ, ਉਹ ਚੰਗੇ ਅਤੇ ਮੰਦੇ ਭਾਵ ਸੱਤ ਅਤੇ ਅਸੱਤ ਦੀ ਵਿਧ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਨੇ। ਉਹਨਾਂ ਨੂੰ ਪਤਾ ਹੈ
ਸਰ ਅਪਸਰ, ਚੰਗਾ ਤੇ ਮੰਦਾ ਕੀ ਹੈ। ਉਹ ਇਹ ਜਾਣਦੇ ਨੇ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਇਹੋ ਜਿਹਾ ਕੰਮ ਕਦੇ ਵੀ ਨਹੀਂ ਗਲਤ ਕਰਨਗੇ ਜਿਹਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ। ਗੁਰਮੁਖ ਪਰਵਿਰਤ ਨਰਵਿਰਤ ਪਛਾਣੈ। ਗੁਰਮੁਖ ਜਿਹੜੇ ਜੀਵ ਨੇ, ਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ ਗੁਰਮੁਖ ਪਿਆਰੇ, ਜਿਨ੍ਹਾਂ ਦੇ ਮੁਖ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੈ। ਪ੍ਰਵਿਰਤੀ ਹੁੰਦੀ ਗ੍ਰਹਿਣ ਕਰਨ ਵਾਲੀ ਅਤੇ ਨਿਰਵਿਰਤੀ ਹੁੰਦੀ ਤਿਆਗਣ ਵਾਲੀ, ਹਰੇਕ ਗੱਲ ਨੂੰ ਪਛਾਣਦੇ ਨੇ। ਉਹ ਪ੍ਰਵਿਰਤੀ ਤੇ ਨਿਰਵਿਰਤੀ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ। ਬ੍ਰਹਮ ਗਿਆਨੀ ਨਿਰਵਿਰਤੀ ਦੀ ਰੱਖਦਾ, ਪ੍ਰਵਿਰਤੀ 'ਚ ਉਹ ਪੈਂਦਾ ਹੀ ਨਹੀਂ। ਪਰ ਜੇ ਗ੍ਰਸਤੀ ਆ ਤਾਂ ਪ੍ਰਵਿਰਤੀ ਤੇ ਨਿਰਵਿਰਤੀ ਦੋਨਾਂ 'ਚ ਹੀ ਵਰਤ ਜਾਂਦਾ, ਰਾਜੇ ਜਨਕ ਦੀ ਤਰ੍ਹਾਂ। ਗੁਰਮੁਖ ਤਾਰੇ ਪਾਰ ਉਤਾਰੇ। ਗੁਰਮੁਖ ਜਿੱਥੇ ਆਪ ਤਰਦਾ ਉੱਥੇ ਹੋਰਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਕੇ ਪਾਰ ਉਤਾਰ ਦਿੰਦਾ। ਗੁਰਮੁਖ ਤਾਰੇ ਪਾਰ ਉਤਾਰੇ, ਤਰਦਾ ਵੀ ਹੈ ਤੇ ਤਾਰਦਾ ਵੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ। ਨਾਮ ਦੀ ਸਿਰਫ ਇੱਕ ਕਿਣਕਾ ਮਾਤਰ ਜਿੱਥੇ ਆ ਗਿਆ, ਕਿਨਕਾ ਏਕ ਜਿਸ ਜੀਅ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਜਿਸ ਗੁਰਮੁਖ ਨੂੰ ਸਿਰਫ ਇੱਕ ਕਣੀ ਦੇਤੀ ਛੋਟੀ ਜੀ, ਉਹ ਪਤਾ ਨਹੀਂ ਕਰੋੜਾਂ ਜੀਵਾਂ ਦਾ ਭਲਾ ਕਰ ਸਕਦਾ, ਇੰਨੀ ਸਮਰੱਥਾ ਹੋ ਜਾਂਦੀ ਉਹਦੇ ਵਿੱਚ। ਨਾਨਕ ਗੁਰਮੁਖ ਸ਼ਬਦ ਨਿਸਤਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਿਹੜੇ ਨੇ ਗੁਰੂ ਸ਼ਬਦ ਦੁਆਰਾ ਕਰੋੜਾਂ ਜੀਵਾਂ ਨੂੰ ਗੁਰੂ ਦੇ ਗਿਆਨ ਨਾਲ ਜੋੜ ਕੇ ਸੰਸਾਰ ਤੋਂ ਨਿਸਤਾਰਾ ਕਰ ਦਿੰਦੇ ਨੇ। ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਗੁਰਮੁਖਾਂ ਦੇ ਉੱਤੇ। ਗੁਰਮੁਖ ਦੇ ਹਿਰਦੇ 'ਚ ਪਰਮੇਸ਼ਰ ਦਾ ਭੈ ਹੁੰਦਾ। ਉਸ ਦੇ ਭੈ ਅਧੀਨ ਹੀ ਗੁਰਮੁਖ ਅੰਮ੍ਰਿਤ ਵੇਲੇ ਜਾਗਦਾ, ਸਾਈਂ ਦੇ ਸਿਮਰਨ ਵਿੱਚ ਲੀਨ ਹੁੰਦਾ ਹੈ। ਵਾਹਿਗੁਰੂ ਗੁਰਮੰਤਰ ਦੀ ਕਮਾਈ ਅਤੇ ਗੁਰਬਾਣੀ ਦੇ ਉਪਦੇਸ਼ ਦੁਆਰਾ ਅਘੜ ਮਨ ਨੂੰ ਘੜਦਾ ਹੈ ਅਥਵਾ ਅਸਾਧ ਮਨ ਨੂੰ ਸਾਧਦਾ ਤੇ ਸਵਾਰਦਾ ਹੈ। ਗੁਰਮੁਖ ਗੁਰ ਸ਼ਬਦ ਤੇ ਸਿੱਖਿਆ ਦੇ ਪ੍ਰਭਾਵ ਨੂੰ ਕਬੂਲਦਾ ਹੋਇਆ ਸਤਿਗੁਰੂ ਦੀ ਪ੍ਰੇਰਨਾ ਦੁਆਰਾ ਕਰਮਸ਼ੀਲ ਹੋ ਕੇ ਆਪਣੀ ਜੀਵਨ ਉਸਾਰੀ ਕਰਦਾ ਹੈ। ਉਹ ਇੱਕ ਅਜਿਹਾ ਆਦਰਸ਼ਕ ਮਨੁੱਖੀ ਸਰੂਪ ਪੇਸ਼ ਕਰਦਾ ਹੈ ਜਿਸ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਲੋਕ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਵਾਰਦੇ ਨੇ। ਗੁਰਸਿੱਖੀ ਦਾ ਪ੍ਰਚਾਰ ਕੀ ਹੈ? ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਦਾਸ ਨੂੰ ਕਿਹਾ ਸੀ, ਕੀ ਸਿੱਖਦੇ ਹੋ ਅੱਜ ਕੱਲ੍ਹ ਮਹਾਂਪੁਰਖਾਂ ਪਾਸੋਂ? ਮੈਂ ਜੀ ਕਥਾ ਸਿੱਖ ਰਹੇ ਹਾਂ। ਕਹਿਣ ਲੱਗੇ ਵੀ ਮੈਂ ਤੇ ਕੋਈ ਕਥਾ ਨਹੀਂ ਸਿੱਖੀ, ਮੈਂ ਤੇ ਜਿਹਨੂੰ ਕਹਿਦੇ ਆ ਸ਼ਰਾਬ ਛੱਡ ਦੇ ਸ਼ਰਾਬ ਛੱਡ ਦਿੰਦਾ, ਜਿਹਨੂੰ ਕਹਿਦੇ ਆ ਤੂੰ ਆਹ ਕਰ ਉਹ ਕਰਦਾ। ਹਰ ਗੱਲ ਮੇਰੀ ਲੋਕ ਮੰਨਦੇ ਨੇ, ਪਰ ਤੇਰੀ ਮੰਨਦੇ ਨੇ? ਮੈਂ ਕਿਹਾ ਜੀ ਮੇਰੀ ਗੱਲ ਤੇ ਕੋਈ ਨਹੀਂ ਮੰਨਦਾ। ਕਹਿਣ ਲੱਗੇ ਮੇਰੀ ਗੱਲ ਕਿਉਂ ਮੰਨਦੇ ਨੇ, ਤੈਨੂੰ ਪਤਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਇਹ ਹੁੰਦਾ ਜੀਵਨ। ਜੇ ਪ੍ਰਚਾਰਕ ਦਾ ਜੀਵਨ ਹੈ ਤਾਂ ਉਹ ਜੀਵਨ ਦੇ ਨਾਲ ਹੀ ਪ੍ਰਚਾਰ ਕਰ ਦਿੰਦਾ, ਭਾਵੇਂ ਉਹ ਘੱਟ ਹੀ। ਕਹਿੰਦੇ ਕਥਾ ਘੱਟ ਸਿੱਖੀ, ਜੀਵਨ ਜ਼ਿਆਦਾ ਬਣਾਈ, ਕਿਉਂਕਿ ਜੀਵਨ ਦਾ ਹੀ ਅਸਰ ਪੈਣਾ ਹੁੰਦਾ। ਇਉਂ ਤਾਂ ਪ੍ਰਚਾਰਕ, ਮੈਂ ਤਾਂ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਹੋਣਾ ਕਈਆਂ ਦੇ। ਇੰਨਾ ਗਿਆਨ ਕਈ ਪ੍ਰਚਾਰਕਾਂ ਕੋਲ, ਇੰਨਾ ਗਿਆਨ ਹੈ, ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਪਰ ਉਹ ਕਈ ਨਹੀਂ ਵੀ ਸੁਣਦੇ। ਮੈਂ ਉਹਨਾਂ ਦੀ ਗੱਲ ਪੱਲੇ ਬੰਨ ਲਈ ਵੀ ਚਾਹੇ ਕਿਸੇ ਦਾ ਥਾਂ ਸੋਨਾ ਪਿਆ, ਦੇਖਣਾ ਤੱਕ ਵੀ ਨਹੀਂ। ਅੱਖੀਂ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ, ਨਾਨਕ ਹੰਸ ਆਦਮੀ ਬੱਧੇ ਜੰਪੁਰ ਜਾਏ। ਕਿੰਨਾ ਹੀ ਵਿਦਵਾਨ ਹੋਵੇ, ਕਿੰਨਾ ਹੀ ਕੁਛ ਹੋਵੇ, ਜੇ ਔਗਣ ਨੇ ਤਾਂ ਬੰਦਾ ਬਿਲਕੁਲ ਥੱਲੇ ਚਲਾ ਜਾਂਦਾ ਹੈ। ਸੋ ਇਸ ਕਰਕੇ ਪ੍ਰਚਾਰ ਹੈ ਗੁਰਮੁਖ ਦਾ ਕੀ? ਜੀਵਨ ਸਵਾਰ ਕੇ ਉਹ ਜੀਵਨ ਲੋਕਾਂ ਨੂੰ ਦਿਖਾ ਦੇਣਾ, ਅਜਿਹਾ ਆਦਰਸ਼ਕ ਜਿਹੜਾ ਮਨੁੱਖੀ ਸਰੂਪ ਪੇਸ਼ ਕਰ ਦੇਣਾ ਲੋਕਾਂ ਅੱਗੇ ਕਿ ਲੋਕੀ ਖੁਦ ਹੀ ਅੰਮ੍ਰਿਤ ਛਕਣ ਨੂੰ ਤਿਆਰ ਹੋ ਜਾਂਦੇ, ਖੁਦ ਹੀ ਉਸ ਮਾਰਗ ਤੇ ਚੱਲ ਪੈਂਦੇ। ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ ਜੋ ਸੱਚੀ ਕਾਰ ਕਮਾਉਂਦਾ ਤੇ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਨ ਹੈ ਹੁਕਮ ਸਮਾਏ ਦਾ। ਗੁਰਮੁਖ ਖਾਂਦਾ ਪੀਂਦਾ ਦੁਨਿਆਵੀ ਕਾਰ ਕਰਦਾ, ਸਮਾਜ ਵਿੱਚ ਵਿਚਰਦਾ ਹੋਇਆ ਨਾਮ ਵਿੱਚ ਸਮਾਇਆ ਰਹਿੰਦਾ। ਨਾਮ ਤੋਂ ਨਿਮਰਤਾ ਦੀ ਪੂੰਜੀ ਨਾਲ ਮਾਲੋ ਮਾਲ ਹੁੰਦਾ। ਸਤ ਸੰਤੋਖ ਦਇਆ ਧਰਮ ਤੇ ਹੱਕ ਹਲਾਲ ਦੀ ਕਮਾਈ ਕਰਕੇ ਵੰਡ ਛਕਦਾ ਹੈ। ਆਸਾ ਵਿੱਚ ਨਿਰਾਸ਼ ਰਹਿੰਦਾ। ਗੁਰਮੁਖ ਦਾ ਪਰਚਾ ਨਿਰੋਲ ਗੁਰ ਸ਼ਬਦ ਨਾਲ ਹੀ ਹੁੰਦਾ। ਉਹ ਦੁਨਿਆਵੀ ਹਾਵਾਂ ਭਾਵਾਂ ਵਿਸ਼ੇ ਵਿਕਾਰਾਂ ਤੋਂ ਆਪਣਾ ਆਪ ਬਚਾ ਕੇ ਰੱਖਦਾ ਹੈ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰ ਗਾਈ ਨੈ ਸਾਣੇ। ਸੋਹਣਾ ਆਏ ਨਾ ਪਿੱਛੇ ਆਪਾਂ। ਸੋ ਦਰਸ਼ਨ ਐਸਾ ਕਿ ਉਸ ਦਰਸ਼ਨ ਵਾਲੇ ਝਲਕ ਦੇ ਨਾਲ ਗੁਰਮੁਖ ਦੇ ਜੀਵਨ 'ਚੋਂ ਪ੍ਰਤੱਖ ਜਦੋਂ ਨਜ਼ਰ ਪੈਂਦੀ ਲੋਕਾਂ ਨੂੰ,
ਉਹ ਸਾਰੇ ਅਸਰ ਕਬੂਲ ਲੈਂਦੇ ਨੇ ਵੀ ਇਹਦਾ ਜੀਵਨ ਉੱਚਾ ਹੈ, ਕਿਉਂਕਿ ਗੁਰਮੁਖ ਸੱਚੇ ਪਿਆਰ ਤੇ ਆਚਾਰ ਦਾ ਸਦਕਾ ਹੀ ਸੰਸਾਰ ਵਿੱਚ ਨਿਰਵਿਕਾਰ ਹੋ ਕੇ ਵਿਚਰਦਾ ਹੈ। ਗੁਰਮੁਖ ਨੂੰ ਦ੍ਰਿੜ ਗਿਆਨ ਹੁੰਦਾ ਕਿ ਉਹ ਇਸ ਧਰਤੀ ਉੱਤੇ ਧਰਮ ਤੇ ਪਰਉਪਕਾਰ ਕਮਾਉਣ ਲਈ ਆਇਆ ਹੈ। ਗੁਰਮੁਖ ਨੂੰ ਆਤਮ ਤੱਤ ਦੀ ਸੋਝੀ ਹੁੰਦੀ ਹੈ ਕਿ ਸੱਚੇ ਸ਼ਬਦ ਦੀ ਕਮਾਈ ਤੋਂ ਬਿਨਾਂ ਰੱਬੀ ਦਰਗਾਹ ਵਿੱਚ ਪਤ ਨਹੀਂ ਹੁੰਦੀ। ਗੁਰਮੁਖ ਸਤਿਗੁਰੂ ਦੇ ਸ਼ਬਦ ਨਾਲ ਮਨ ਨੂੰ ਭੇਦਣਾ ਜਾਣਦਾ ਹੈ, ਇਸ ਲਈ ਉਹ ਰਿੱਧੀਆਂ ਸਿੱਧੀਆਂ ਵਿੱਚ ਨਹੀਂ ਫਸਦਾ। ਉਹਨੂੰ ਪ੍ਰਵਿਰਤੀ ਤੇ ਨਿਵਿਰਤੀ ਮਾਰਗ ਦੀ ਚੰਗੀ ਤਰ੍ਹਾਂ ਸੋਝੀ ਹੁੰਦੀ ਹੈ। ਉਹ ਆਪ ਸੱਚੇ ਮਾਰਗ ਤੇ ਚੱਲਦਾ ਹੈ ਤੇ ਸਭ ਨੂੰ ਸੱਚੇ ਮਾਰਗ ਤੇ ਚਲਾਉਂਦਾ ਹੈ। ਇਸ ਤਰ੍ਹਾਂ ਅਨੇਕ ਜੀਆਂ ਦਾ ਗੁਰਸ਼ਬਦ ਦੁਆਰਾ ਉਧਾਰ ਕਰਦਾ ਹੈ। ਧੰਨ ਗੁਰੂ ਅਮਰਦਾਸ ਜੀ ਨੇ ਗੁਰਮੁਖ ਦੀ ਕਰਨੀ ਦਾ ਜੋ ਜੀਵਨ ਚਿੱਤਰ ਸਾਡੇ ਸਾਹਮਣੇ ਰੱਖਿਆ ਹੈ। ਦੇਖੋ, ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਜੀ ਕਿ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭ ਭਾਵੈ, ਗੁਰਮੁਖ ਪੂਰਾ ਪਾਏਂਦਾ, ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ, ਗੁਰਮੁਖ ਸੱਚ ਰਤੇ ਬੈਰਾਗੀ, ਨਿਜ ਘਰ ਵਾਸਾ ਪਾਏਂਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੈ ਸਬਦੇ ਸੱਚ ਸੁਭਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏਂਦਾ, ਗੁਰਮੁਖ ਮਨ ਨਿਰਮਲ ਸਤ ਸਰ ਨਹਾਵੈ, ਮੈਲ ਨ ਲਾਗੈ ਸੱਚ ਸਮਾਵੈ, ਸੱਚੇ ਸੱਚ ਕਮਾਵੈ, ਸਦ ਹੀ ਸੱਚੀ ਭਗਤ ਦ੍ਰਿੜਾਏਂਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਦ ਹੀ ਸੱਚ ਕਹਿ ਦਿਨ ਰਾਤੀ, ਅਵਰਾ ਸੱਚ ਕਹਾਏਂਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਦ ਸੇਵੈ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏਂਦਾ। ਜੇ ਸਾਰਾ ਦੇਖੀਏ ਵਿਚਾਰ ਕੇ ਨਾ, ਪੰਨਾ ਅੰਗ ਜਿਹਨੂੰ ਟਕਸਾਲੀ ਤੌਰ ਤੇ ਜਿਹੜਾ ਅੱਖਰ ਹੁੰਦਾ ਉਹ ਅੰਗ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਿਆ ਹੈ, ਕੋਈ ਪੰਨਾ ਕਹਿੰਦਾ ਹੈ, ਕੋਈ ਚਲੋ ਇੰਗਲਿਸ਼ ਵਿੱਚ ਪੇਜ ਕਿਹਾ ਜਾਂਦਾ, ਸਮਝ ਵੀ ਨਹੀਂ ਲੱਗਦੀ, ਪਰ ਆਮ ਬੋਲੀ ਸਮਝ ਅੰਗ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਅੰਗ 1058 ਤੋਂ 1059 ਤੇ ਇਹ ਜਿਹੜਾ ਸ਼ਬਦ ਮਾਰੂ ਸੋਲਿਆਂ ਚ ਮਹਾਰਾਜ ਨੇ ਉਚਾਰਨ ਕੀਤਾ ਨਾ, ਸੋ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ ਕਰਕੇ ਗੁਰਮੁਖ ਦਾ ਹੀ ਜੀਵਨ ਦੱਸਿਆ ਤੀਜੇ ਪਾਤਸ਼ਾਹ ਨੇ। ਸੋ ਇਸ ਕਰਕੇ ਇਹ ਸ਼ਬਦ ਪੜ੍ਹ ਕੇ ਇਹਦੀ ਵੀ ਵਿਚਾਰ ਕਰਨੀ ਚਾਹੀਦੀ ਮਾਰੂ ਰਾਗ ਦੇ ਵਿੱਚ। ਉਸ ਇੱਥੇ ਮਹਾਰਾਜ ਨੇ 31 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਸਲ ਵਿੱਚ ਮੇਰਾ ਇੱਕ ਤਜਰਬਾ ਪ੍ਰੈਕਟੀਕਲ ਕਹਿ ਲਓ 30 ਸਾਲਾਂ ਦੇ ਵਿੱਚ ਇਹ ਹੋਇਆ ਹੈ ਕਿ ਜਿਹੜਾ ਬਾਣੀ ਪੜ੍ਹੀ ਜਾਵੇ ਨਾਮ ਜਪੀ ਜਾਵੇ, ਸੁਤੇ ਸਿੱਧੀ ਉਹ ਸ਼ੁਭ ਗੁਣ ਆ ਜਾਂਦੇ ਨੇ, ਆਪਣੇ ਆਪ ਹੀ ਕਿਰਪਾ ਹੋ ਜਾਂਦੀ ਹੈ। ਤਾਂ ਤੇ ਬਾਹਲੀਆਂ ਗੱਲਾਂ ਨਾਲੋਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਚਨ ਕਹਿੰਦੇ, ਬਾਬਾ ਮੂਰਖ ਹਾਂ ਨਾਵੇ ਬਲ ਜਾਓ। ਬਾਬਾ ਮੈਂ ਤਾਂ ਮੂਰਖ ਜਿਹਾ ਬੰਦਾ, ਮੈਨੂੰ ਨਹੀਂ ਕੁਛ ਆਉਂਦਾ, ਮੈਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਕਰਨਾ ਜਾਣਦਾ। ਇਹੀ ਵੱਡੀ ਗੱਲ ਹੈ। ਜੇ ਆਪਾਂ ਇਸੇ ਸਿਧਾਂਤ ਨੂੰ ਫੜ ਲਈਏ ਕਿ ਬਸ ਬਾਬਾ ਮੈਨੂੰ ਕੁਛ ਨਹੀਂ ਆਉਂਦਾ, ਮੈਨੂੰ ਤੇ ਸਿਰਫ ਇੱਕੋ ਹੀ ਗੱਲ ਆਉਂਦੀ ਹੈ, ਵਾਹਿਗੁਰੂ 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 ਵਾਹਿਗੁਰੂ।